हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। दोहरा नौरंग की बेगम होती, गर्भवती नवमास, समय प्रसूतन के तबै अटक रही दुख रास। वाहिगुरु जी का खालसा वाहिगुरु जी की फतेह। सन्मानयोग गुरु खालसा साध संगत जी, ਆਪ ਜੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਰਹੇ ਹੋ। ਗੁਰੂ ਕੀ ਪਵਿੱਤਰ ਗੁਰਬਾਣੀ ਦਾ ਸੋਦਰ ਰਾਜ ਸਾਹਿਬ ਜੀ ਦਾ ਪਾਠ, ਆਰਤੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਜੋ ਦਿੱਲੀ ਦੇ ਵਿੱਚ ਬੇਅੰਤ ਕੌਤਕ ਕੀਤੇ ਕਰਾਮਾਤਾਂ ਦੇ ਦੁਆਰਾ ਦਿੱਲੀ ਦੇ ਦਰਬਾਰ ਵਿੱਚ ਆਪਣਾ ਸਿੱਕਾ ਜਮਾਇਆ ਹੈ। ਬਾਦਸ਼ਾਹ ਔਰੰਗਜ਼ੇਬ ਬਹੁਤ ਪ੍ਰਭਾਵਿਤ ਹੋਇਆ। ਉਹ ਕਥਾ ਆਪ ਜੀ ਪ੍ਰੇਮ ਨਾਲ ਸਰਵਣ ਕਰੋ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। नौरंग की बेगम होती, ਬਾਦਸ਼ਾਹ ਔਰੰਗਜ਼ੇਬ ਦੀ ਇੱਕ ਬੇਗਮ ਸੀ। गर्भवती नवमास, 9 ਮਹੀਨੇ ਤੋਂ ਗਰਭਵਤੀ ਸੀ। ਬੱਚੇ ਦਾ ਜਨਮ ਹੋਣ ਵਾਲਾ ਸੀ। समय प्रसूतन के तबै ਜਦੋਂ ਪ੍ਰਸੂਤ ਦਾ ਸਮਾਂ ਹੋਇਆ, ਬੱਚੇ ਦੇ ਜਨਮ ਦਾ ਸਮਾਂ ਹੋਇਆ, अटक रही दुख रास। ਬੱਚੇ ਦਾ ਜਨਮ ਨਹੀਂ ਹੁੰਦਾ, ਇਸ ਕਰਕੇ ਬੜਾ ਭਾਰੀ ਦੁੱਖ ਭੋਗਦੀ ਹੈ। चौपई जतन अनेक करत बहु सियाने, ਬੜੇ ਬੜੇ ਸਿਆਣੇ ਵੈਦ ਹਕੀਮ ਬਹੁਤ ਸਾਰੇ ਇਲਾਜ ਕਰਦੇ ਹਨ। टोना टामन कौन बखाने, ਜਿਹੜੇ ਟੂਣੇ ਕਰਨ ਵਾਲੇ ਹਨ, ਟਾਮਣ ਕਰਨ ਵਾਲੇ ਹਨ, ਮੰਤਰ ਜੰਤਰ ਕਲਮਾਂ ਪੜ੍ਹਨ ਵਾਲੇ ਹਨ, ਉਹ ਵੀ ਆਪਣਾ ਜ਼ੋਰ ਲਾ ਰਹੇ ਹਨ। आन हजारों क्या उपचारू, ਬੜੇ ਉਪਚਾਰ ਕੀਤੇ, ਬੜੇ ਪਾਜੀਆਂ ਮੁਲਾਣਿਆਂ ਨੇ ਸ਼ੈਫੀਆਂ ਪੜ੍ਹੀਆਂ, ਫੂਕਾਂ ਮਾਰੀਆਂ, किसहूँ ते नह कारज सारू। ਪਰ ਬੱਚੇ ਦਾ ਜਨਮ ਹੋਣ ਵਿੱਚ ਨਹੀਂ ਆ ਰਿਹਾ। ਬੜੀ ਭਾਰੀ ਤਕਲੀਫ ਹੈ ਬੇਗਮ ਨੂੰ। बेगम कष्ट पाए अत रही, ਬੇਗਮ ਬਹੁਤ ਭਾਰੀ ਕਸ਼ਟ ਪਾ ਰਹੀ ਹੈ, ਹਾਏ ਹਾਏ ਕਰਦੀ ਹੈ, सुन बहु बेर शाह सो कही। ਔਰ ਬਾਰ-ਬਾਰ ਬਾਦਸ਼ਾਹ ਨੂੰ ਕਹਿੰਦੀ ਹੈ अनक सियाने पुनः बुलाए, ਕਿ ਕੋਈ ਉਪਾਅ ਕਰੋ, ਮੇਰੀ ਜਾਨ ਖਤਰੇ ਵਿੱਚ ਹੈ। ਕਿਉਂਕਿ ਸਾਧ ਸੰਗਤ ਜੀ, ਜਦੋਂ ਕਿਸੇ ਇਸਤਰੀ ਦੇ ਬੱਚਾ ਹੁੰਦਾ ਹੈ ਤਾਂ ਉਹ ਇਸਤਰੀ ਦਾ ਦੁਬਾਰਾ ਜਨਮ ਹੁੰਦਾ ਹੈ, ਨਵਾਂ ਜਨਮ ਹੁੰਦਾ ਹੈ। ਇਹ ਬਹੁਤ ਵੱਡਾ ਕੁਦਰਤ ਦਾ ਇੱਕ ਕ੍ਰਿਸ਼ਮਾ ਹੁੰਦਾ ਜਦੋਂ ਕਿਸੇ ਮਾਂ ਨੂੰ ਪੁੱਤਰ ਦੀ ਦਾਤ ਮਿਲਦੀ ਹੈ। ਤੇ ਸਹੀ ਵਿੱਚ ਮਾਂ ਬਣਦੀ ਵੀ ਉਸੇ ਦਿਨ ਹੀ ਹੈ ਜਿਸ ਦਿਨ ਉਸ ਦੇ ਪੇਟ ਤੋਂ ਬੱਚਾ ਜਨਮ ਲੈਂਦਾ ਹੈ। ਬਿਨਾਂ ਬੱਚੇ ਦੇ ਜਨਮ ਦੇ ਇਸਤਰੀ ਮਾਂ ਨਹੀਂ ਬਣ ਸਕਦੀ, ਪਰ ਇਹਦੇ ਵਾਸਤੇ ਉਸ ਨੂੰ ਆਪਣਾ ਆਪ ਗਵਾਉਣਾ ਪੈਂਦਾ ਹੈ। ਆਪਣਾ ਰੂਪ, ਆਪਣੀ ਸੁੰਦਰਤਾ, ਆਪਣੀ ਜਵਾਨੀ ਸਭ ਗਵਾ ਕੇ ਤੇ ਮਾਂ ਬਣਦੀ ਆ। ਸੋ ਬੱਚਾ ਮੇਰਾ ਜਨਮ ਲਵੇ, ਕੋਈ ਇਹੋ ਜਿਹੀ ਦਵਾਈ ਹਕੀਮ ਡਾਕਟਰਾਂ ਕੋਲੋਂ, ਵੈਦਾਂ ਕੋਲੋਂ ਔਰੰਗਜ਼ੇਬ ਪੁੱਛਦਾ ਹੈ। कर उपचार थके समुदाय, ਪਰ ਸਾਰੇ ਵੈਦ ਹਕੀਮ, ਸਾਰੇ ਸਿਆਣੇ ਆਪੋ ਆਪਣੇ ਉਪਚਾਰ ਕਰਕੇ, ਜਾਦੂ ਟੂਣਿਆਂ ਵਾਲਿਆਂ ਨੇ ਜਾਦੂ ਟੂਣੇ ਕੀਤੇ, ਦਵਾਈ ਦੇਣ ਵਾਲਿਆਂ ਨੇ ਦਵਾਈਆਂ ਦਿੱਤੀਆਂ, ਪਰ ਸਾਰੇ ਹਾਰ ਗਏ ਨੇ, ਥੱਕ ਗਏ ਨੇ। ਬੱਚੇ ਦਾ ਜਨਮ ਹੋਣ ਵਿੱਚ ਨਹੀਂ ਆਉਂਦਾ। ताए अनेक नगर ते गई, ਸਾਧ ਸੰਗਤ ਜੀ, ਨੇਕਾਂ ਨਗਰਾਂ ਵਿੱਚੋਂ ਦਾਈਆਂ ਬੁਲਾਈਆਂ, ਸ਼ਹਿਰ ਦੀਆਂ ਸਿਆਣੀਆਂ ਦਾਈਆਂ ਜਿਹੜੀਆਂ ਕਹਿੰਦੀਆਂ ਵੀ ਬਹੁਤ ਤਜਰਬੇਕਾਰ ਸਨ ਬੱਚੇ ਦੇ ਜਨਮ ਵਾਸਤੇ। ਸਿਆਣੀਆਂ ਦਾਈਆਂ ਨੇ ਵੀ ਆਪਣੇ ਔੜ ਪੌੜ ਜੜੀਆਂ ਬੂਟੀਆਂ ਬਹੁਤ ਸਾਰੀਆਂ ਦਿੱਤੀਆਂ ਹਨ ਬੇਗਮ ਨੂੰ, दऊ प्रसूत न किसते भई। ਪਰ ਬੱਚਾ ਹੋਣ ਵਿੱਚ ਨਹੀਂ ਆ ਰਿਹਾ। ਬੱਚੇ ਦੇ ਜਨਮ ਵਿੱਚ ਦੇਰੀ ਹੁੰਦੀ ਜਾ ਰਹੀ ਹੈ। ਜਿਉਂ-ਜਿਉਂ ਦੇਰੀ ਹੋ ਰਹੀ ਹੈ, ਬੇਗਮ ਦੀ ਹਾਲਤ ਵਿਗੜਦੀ ਜਾ ਰਹੀ ਹੈ। ਇਸ ਤਰ੍ਹਾਂ ਲੱਗਦਾ ਵੀ ਜੇ ਬੱਚਾ ਸਮੇਂ ਸਿਰ ਨਾ ਜਨਮ ਲਿਆ ਤਾਂ ਮਾਂ ਦੀ ਮੌਤ ਵੀ ਹੋ ਸਕਦੀ ਹੈ। ਕਈ ਵਾਰੀ ਐਸਾ ਹੁੰਦਾ, ਬੱਚਾ ਜਨਮ ਲੈਂਦਾ, ਮਾਂ ਚੜ੍ਹਾਈ ਕਰ ਜਾਂਦੀ ਹੈ। ਕਈ ਵਾਰੀ ਐਸਾ ਹੁੰਦਾ, ਬੱਚਾ ਵੀ ਚੜ੍ਹਾਈ ਕਰ ਜਾਂਦਾ। ਬੱਚਾ ਪੇਟ ਵਿੱਚ ਹੀ ਮਰ ਜਾਵੇ ਤਾਂ ਬਹੁਤ ਹੀ ਮਾੜਾ, ਦੁਖਦਾਈ ਹੁੰਦਾ ਹੈ। ਇਸ ਕਰਕੇ ਬੱਚੇ ਦੇ ਜਨਮ ਦੇ ਸਮੇਂ ਮਾਂ ਨੂੰ ਜੋ ਪੀੜਾ ਸਹਿਣੀ ਪੈਂਦੀ ਹੈ ਉਹ ਅਕਹਿ ਤੇ ਅਸਹਿ ਹੈ। ਬੇਗਮ ਬਹੁਤ ਜ਼ਿਆਦਾ ਦੁਖੀ ਹੋ ਰਹੀ ਹੈ।
ਅਨੇਕ ਰੀਤ ਕੇ ਕਰਤ ਇਲਾਜ। ਅਨੇਕਾਂ ਤਰ੍ਹਾਂ ਦੇ ਇਲਾਜ ਕਰਦੇ ਹਨ, ਦਵਾਈਆਂ ਦਿੰਦੇ ਹਨ, ਬੜੀਆਂ ਕਲਮਾਂ ਪੜ੍ਹਦੇ ਹਨ, ਦੁਆਵਾਂ ਕਰਦੇ ਹਨ। ਪਚ ਪਚ ਹਾਰੇ ਵੈਦ ਸਮਾਜ। ਬੜੇ ਬੜੇ ਵੈਦ ਹਕੀਮ ਜ਼ੋਰ ਲਾ ਕੇ ਹਾਰ ਗਏ ਨੇ, ਥੱਕ ਗਏ ਨੇ। ਸਭਾ ਵਿਖੈ ਜਬ ਗੁਰ ਸਤ ਆਏ। ਜਦੋਂ ਗੁਰੂ ਕਾ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਕਚਹਿਰੀ ਵਿੱਚ ਆਏ ਹਨ, ਸਾਦਰ ਬੋਲਤ ਸ਼ਾਹ ਬਿਠਾਏ। ਬਾਦਸ਼ਾਹ ਨੇ ਬੜੇ ਸਤਿਕਾਰ ਨਾਲ ਜੀ ਆਇਆਂ ਨੂੰ ਕਹਿ ਕੇ ਬਿਠਾਇਆ ਹੈ। ਬੇਗਮ ਕੈ ਪ੍ਰਸੂਤ ਹੋਏ ਨਾਹੀ। ਔਰ ਬੇਗਮ ਦੇ ਸਾਧ ਸੰਗਤ ਜੀ ਬੱਚਾ ਹੋ ਨਹੀਂ ਸੀ ਰਿਹਾ। ਇਸ ਗੱਲ ਦੀ ਬਾਦਸ਼ਾਹ ਦੇ ਚਿਹਰੇ ਤੇ ਚਿੰਤਾ ਸੀ ਤੇ ਬਾਦਸ਼ਾਹ ਨੇ ਆਪਣੀ ਚਿੰਤਾ ਬਾਬਾ ਰਾਮ ਰਾਏ ਜੀ ਅੱਗੇ ਵੀ ਵਿਅਕਤ ਕੀਤੀ ਹੈ। ਲਖੋ ਇਲਾਜ ਕਰੋ ਅਬ ਤਾਹੀ। ਇਹ ਬਾਬਾ ਜੀ, ਮੇਰੀ ਬੇਗਮ ਬੜੀ ਦੁਖੀ ਹੈ। ਬੱਚੇ ਦਾ ਜਨਮ ਹੋਣ ਦਾ ਸਮਾਂ ਹੈ ਤੇ ਬੱਚਾ ਜਨਮ ਨਹੀਂ ਲੈ ਰਿਹਾ। ਆਪ ਜੀ ਜੈਸੇ ਮਹਾਂਪੁਰਸ਼ ਦੁੱਖਾਂ ਦਾ ਦਾਰੂ ਜਾਣਦੇ ਹਨ। ਕੋਈ ਮੇਰੀ ਬੇਗਮ ਦਾ, ਮੇਰੇ ਬੱਚੇ ਦੇ ਜਨਮ ਦਾ ਕੋਈ ਇਲਾਜ ਕਰੋ। ਤੁਮ ਸਮ ਪੁਰਖਨ ਪਾਸ ਹਵੰਤ। ਕਿਉਂਕਿ ਤੁਹਾਡੇ ਵਰਗੇ ਮਹਾਂਪੁਰਸ਼ਾਂ ਕੋਲ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਇਹੋ ਜਿਹੀ ਵਿੱਦਿਆ ਵੀ ਹੁੰਦੀ ਹੈ ਵੀ ਉਹ ਜੋ ਕਹਿਣ ਹੋ ਜਾਂਦਾ ਹੈ। ਤੇ ਜੇ ਤੁਸੀਂ ਕਿਰਪਾ ਕਰੋਗੇ ਤੇ ਮੇਰੀ ਬੇਗਮ ਦੇ ਬੱਚਾ ਸੌਖਾ ਹੋ ਜਾਵੇਗਾ। ਔਖਦ ਕਿਦਾ ਜੰਤਰ ਕੈ ਮੰਤ। ਕੋਈ ਜੰਤਰ ਮੰਤਰ, ਕੋਈ ਦਵਾਈ, ਕੁਛ ਨਾ ਕੁਛ ਤਾਂ ਤੁਹਾਡੇ ਕੋਲ ਹੋਵੇਗਾ ਹੀ। ਜੇ ਕੋਈ ਦਵਾਈ ਦੇਣ ਜਾਣਦੇ ਹੋ ਤਾਂ ਉਹ ਦੇ ਦਿਓ। ਜੇ ਤੁਸੀਂ ਕੋਈ ਜੰਤਰ ਮੰਤਰ ਕਰਨਾ ਜਾਣਦੇ ਹੋ ਤਾਂ ਉਹ ਕਰ ਦਿਓ। ਮੇਰੀ ਬੇਗਮ ਸਮੇਂ ਨਾਲ ਬੱਚੇ ਨੂੰ ਜਨਮ ਦੇ ਦੇਵੇ। ਬੱਚਾ ਬਹੁਤ, ਮਾਂ ਬੜੀ ਦੁਖੀ ਹੈ ਤੇ ਉਹਦੇ ਸਾਰੇ ਇਲਾਜ ਵੈਦਾਂ ਹਕੀਮਾਂ ਦੇ ਅਸੀਂ ਕਰ ਥੱਕੇ ਹਾਂ। ਕਸ਼ਟ ਛਡਾਵਹ ਬੇਗਮ ਕੇਰਾ। ਬਾਬਾ ਜੀ, ਬੇਗਮ ਨੂੰ ਕਸ਼ਟ ਤੋਂ ਬਚਾ ਲਓ, ਮੇਰੀ ਬੇਗਮ ਦੀ ਜਾਨ ਬਚਾ ਲਓ। ਬੱਚੇ ਦਾ ਜਨਮ ਹੋ ਜਾਏਗਾ, ਬੇਗਮ ਸੌਖੀ ਹੋ ਜਾਏਗੀ। ਕਿਰਪਾ ਕਰੋ, ਮੇਰੀ ਬੇਗਮ ਦਾ ਜੋ ਪ੍ਰਸੂਤ ਦਾ ਸਮਾਂ ਹੈ, ਡਿਲੀਵਰੀ ਦਾ ਸਮਾਂ ਹੈ ਬੱਚੇ ਦੇ ਜਨਮ ਦਾ, ਉਹ ਸੌਖਾ ਹੋ ਜਾਵੇ। ਬਹੁ ਕਲਾਮ ਤੇ ਸੁਖ ਨਹਿ ਹੇਰਾ। ਬੜੀਆਂ ਕਲਾਮਾਂ ਪੜ੍ਹੀਆਂ ਹਨ, ਬੜੇ ਮੈਂ ਕਰਵਾਏ ਹਨ ਦਵਾ ਦਾਰੂ, ਪਰ ਕੋਈ ਸੁੱਖ ਦਾ ਕਾਰਨ ਨਹੀਂ ਬਣਿਆ। ਸਾਰੀ ਰਾਤ ਹੋ ਗਈ ਹੈ, ਬੇਗਮ ਹਾਏ ਹਾਏ ਕਰੀ ਜਾਂਦੀ ਹੈ ਤੇ ਅਸੀਂ ਉਹਦੀਆਂ ਦਵਾਈਆਂ, ਜੜੀਆਂ ਬੂਟੀਆਂ ਬਹੁਤ ਕਰ ਬੈਠੇ ਹਾਂ। ਸਕਲ ਸਿਆਣੇ ਰਹਿ ਪਚਹਾਰੀ। ਜਿੰਨੇ ਸਿਆਣੇ ਦਿੱਲੀ ਦੇ ਵਿੱਚ ਜੰਤਰ ਮੰਤਰ ਕਰਨ ਵਾਲੇ, ਉਹ ਵੀ ਆਪਣਾ ਜੰਤਰ ਮੰਤਰ ਜਾਦੂ ਟੂਣਾ ਕਰਕੇ ਹਾਰ ਗਏ ਹਨ। ਕਿਸ ਕੋ ਸਫਲ ਨ ਕੋ ਉਪਚਾਰੀ। ਕਿਸੇ ਦਾ ਕੋਈ ਵੀ ਇਲਾਜ ਸਫਲ ਨਹੀਂ ਹੋਇਆ। ਨਾ ਤਾਂ ਕੋਈ ਦਵਾਈ ਲੱਗੀ ਹੈ ਬੇਗਮ ਨੂੰ, ਕਿਸੇ ਦਵਾਈ ਨਾਲ ਵੀ ਬੱਚੇ ਨੇ ਜਨਮ ਨਹੀਂ ਲਿਆ ਤੇ ਨਾ ਹੀ ਕੋਈ ਜਾਦੂ ਟੂਣਾ ਕੰਮ ਆਇਆ ਹੈ। ਸੁਨ ਸਤ ਗੁਰ ਕੇ ਨੰਦਨ ਕਹੈ। ਤੋ ਬਾਬਾ ਜੀ, ਤੁਸੀਂ ਕਿਰਪਾ ਕਰੋ, ਮੇਰੀ ਬੇਗਮ ਦੇ ਬੱਚਾ ਸੌਖਾ ਹੋ ਜਾਵੇ। ਕੋਈ ਜੰਤਰ ਮੰਤਰ ਹੈ ਤੁਹਾਡੇ ਕੋਲ, ਕੋਈ ਜਾਦੂ ਟੂਣਾ ਹੈ ਤਾਂ ਕਰ ਦਿਓ। ਮੇਰੀ ਬੇਗਮ ਰਾਜੀ ਹੋ ਜਾਏ, ਬੱਚੇ ਦਾ ਜਨਮ ਸੌਖਾ ਹੋ ਜਾਵੇ। ਜਦੋਂ ਔਰੰਗਜ਼ੇਬ ਨੇ ਇਸ ਤਰ੍ਹਾਂ ਗੱਲ ਕਹੀ, ਬਾਦਸ਼ਾਹ ਔਰੰਗਜ਼ੇਬ ਦੀ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ ਹਨ। ਹਮਰੇ ਤਾਂ ਇੱਕ ਜਪ ਜੀ ਹੈ। ਕਹਿਣ ਲੱਗੇ, ਬਾਦਸ਼ਾਹ, ਸਾਡੇ ਕੋਲ ਤੇ ਇੱਕੋ ਹੀ ਮੰਤਰ ਹੈ, ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ ਹੈ, ਸ੍ਰੀ ਜਪਜੀ ਸਾਹਿਬ। ਜਪਜੀ ਸਾਹਿਬ ਤੋਂ ਵੱਡਾ ਕੋਈ ਜਾਦੂ ਨਹੀਂ, ਕੋਈ ਮੰਤਰ ਨਹੀਂ, ਕੋਈ ਇਸ ਤੋਂ ਵੱਡਾ ਇਲਾਜ ਨਹੀਂ। ਇਹ ਸਾਰੇ ਦੁੱਖਾਂ ਦੀ ਦਾਰੂ ਹੈ, ਸ੍ਰੀ ਜਪਜੀ ਸਾਹਿਬ। ਧੰਨ ਹਨ ਗੁਰੂ ਕੇ ਸਿੱਖ, ਜਿਹੜੇ ਸਾਧ ਸੰਗਤ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹਨ। ਜਿਹੜੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ, ਉੱਥੇ ਕੋਈ ਵੀ ਮਾੜੀ ਰੂਹ, ਭੂਤ ਪ੍ਰੇਤ, ਜਿੰਨ ਬੈਤਾਲ, ਦੁੱਖ ਬਿਮਾਰੀ, ਰੋਗ ਸੋਗ ਆ ਹੀ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਹੈ। ਅੱਜ ਅਸੀਂ ਗੁਰੂ ਦੀ ਬਾਣੀ ਨੂੰ ਛੱਡ ਕੇ ਨਾ ਇੱਧਰ ਉੱਧਰ ਬਾਬਿਆਂ ਦੇ, ਸਿਆਣਿਆਂ ਦੇ ਚੱਕਰ 'ਚ ਭਟਕਦੇ ਫਿਰਦੇ ਹਾਂ, ਜਪਜੀ ਸਾਹਿਬ ਨਹੀਂ ਪੜ੍ਹਦੇ। ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਦੇਖੋ, ਸਾਨੂੰ ਹੋਰ ਤਾਂ ਕੋਈ ਜਾਦੂ ਟੂਣਾ, ਕੋਈ ਕਾਲਾ ਇਲਮ, ਕੋਈ ਵਿੱਦਿਆ ਨਹੀਂ ਆਉਂਦੀ। ਸਾਡੇ ਕੋਲ ਤਾਂ ਇੱਕੋ ਹੀ ਮਹਾਮੰਤਰ ਸ੍ਰੀ ਜਪਜੀ ਸਾਹਿਬ ਜੀ ਹੈ। ਸਗਲੇ ਕਸ਼ਟਨ ਕਹ ਨਿਰਵਾਰਤ। ਸਾਰੇ ਕਸ਼ਟਾਂ ਨੂੰ ਦੂਰ ਕਰਦਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ। ਭੂਤ ਪ੍ਰੇਤ ਆਦਿਕ ਸਭ ਹਾਰਤ। ਜਪਜੀ ਸਾਹਿਬ ਦੇ ਸਾਹਮਣੇ ਸਭ ਭੂਤ ਪ੍ਰੇਤ ਵੀ ਹਾਰ ਜਾਂਦੇ ਹਨ। ਜਿੰਨੀਆਂ ਭੈੜੀਆਂ ਰੂਹਾਂ ਹਨ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਈ ਕਰੋੜਾਂ ਹੀ ਹਨ ਸਾਧ ਸੰਗਤ ਜੀ ਭੂਤ ਪ੍ਰੇਤ
ਤੇ ਬਹੁਤ ਸਾਰੀਆਂ ਭਿਆਨਕ ਜੂਨਾਂ ਹਨ ਜਿਹੜੀਆਂ ਜੀਵ ਆਤਮਾ ਭੋਗ ਰਹੀਆਂ ਹਨ। ਉਹ ਆਪ ਤਾਂ ਦੁਖੀ ਹੁੰਦੀਆਂ ਹੀ ਨੇ, ਦੂਜਿਆਂ ਨੂੰ ਵੀ ਦੁੱਖ ਦਿੰਦੀਆਂ ਹਨ। ਪਰ ਜਪਜੀ ਸਾਹਿਬ ਦਾ ਪਾਠ ਜੇ ਘਰ ਵਿੱਚ ਕੀਤਾ ਜਾਵੇ, ਜਪਜੀ ਸਾਹਿਬ ਪ੍ਰੇਮ ਨਾਲ ਪੜ੍ਹਿਆ ਜਾਵੇ, ਪ੍ਰੇਮ ਨਾਲ ਸੁਣਿਆ ਜਾਵੇ, ਸਭ ਭੂਤ ਪ੍ਰੇਤ ਜਿੰਨ ਬੈਤਾਲ ਭੂਤ ਜਿੰਨੇ ਵੀ ਨੇ ਮਾੜੀਆਂ ਰੂਹਾਂ ਨੇ ਸਾਰੀਆਂ ਛੱਡ ਕੇ ਦੌੜ ਜਾਂਦੀਆਂ, ਉੱਥੇ ਵੜਦੀਆਂ ਵੀ ਨਹੀਂ ਹਨ। ਇਸ ਆਗੇ ਅਟਕਤ ਕਿਛ ਨਾਹੀ। ਸ੍ਰੀ ਜਪਜੀ ਸਾਹਿਬ ਦੇ ਸਾਹਮਣੇ ਕੁਛ ਨਹੀਂ ਅਟਕਦਾ। ਇਹ ਸਭ ਦੁੱਖਾਂ ਦਾ ਦਾਰੂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਮਹਾਮੰਤਰ ਸ੍ਰੀ ਜਪਜੀ ਸਾਹਿਬ ਦਾ ਪਾਠ ਦਿੱਤਾ ਹੈ। ਜਿਹੜਾ ਇਹਦਾ ਨੇਮ ਨਾਲ ਪਾਠ ਕਰੇਗਾ ਉਹਦੇ ਉੱਤੇ ਕੋਈ ਵੀ ਮਾੜੀ ਚੀਜ਼ ਦਾ, ਕਿਸੇ ਦੁੱਖ ਦਾ ਪ੍ਰਭਾਵ ਨਹੀਂ ਪਏਗਾ। ਅਤਬਲ ਤੀਨ ਲੋਕ ਕੇ ਮਾਹੀ। ਸ੍ਰੀ ਜਪਜੀ ਸਾਹਿਬ ਦੇ ਬਰਾਬਰ ਹੋਰ ਕੋਈ ਮੰਤਰ ਸੰਸਾਰ ਵਿੱਚ ਤ੍ਰਿਲੋਕੀ ਵਿੱਚ ਨਹੀਂ ਹੈ। ਸਭ ਤੋਂ ਬਲੀ ਮੰਤਰ ਸ੍ਰੀ ਜਪਜੀ ਸਾਹਿਬ ਹੈ। ਜਿਸ ਗੁਰਸਿੱਖ ਨੂੰ ਇਹ ਵਿਸ਼ਵਾਸ ਆ ਜਾਂਦਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ, ਦੁੱਖ ਕਾਟਤ ਅਰ ਇੱਛਾ ਪੂਰਾ ਹੈ। ਉਹ ਬੰਦੇ ਜਪਜੀ ਸਾਹਿਬ ਦੇ ਪਾਠ ਕਰਨ ਵਾਲੇ ਅਭਿਆਸੀ ਜਿਹੜੇ ਹਨ, ਉਹ ਆਪਣੇ ਦੁੱਖਾਂ ਨੂੰ ਕੱਟਦੇ, ਦੂਜਿਆਂ ਦੇ ਵੀ ਦੁੱਖ ਕੱਟ ਦਿੰਦੇ ਹਨ। ਜਪਜੀ ਸਾਹਿਬ ਜੀ ਦਾ ਪਾਠ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਹੈ। ਜਪਜੀ ਸਾਹਿਬ ਦਾ ਪਾਠ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਹ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਬਹੁਤ ਜ਼ਿਆਦਾ ਹੈ। ਜਗ ਕੇ ਬਿਗਨ ਅਗਨ ਕਹ ਚੂਰ ਹੈ। ਸਾਰੇ ਬਿਗਨਾਂ ਦਾ ਨਾਸ ਕਰਦਾ ਹੈ ਜਪਜੀ ਸਾਹਿਬ ਦਾ ਪਾਠ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪਾਪਾਂ ਦਾ ਇਹ ਨਾਸ ਕਰਦਾ ਹੈ ਜਪਜੀ ਸਾਹਿਬ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਜਦੋਂ ਪਾਪ ਕੱਟੇ ਜਾਂਦੇ ਹਨ, ਦੁੱਖ ਵੀ ਕੱਟੇ ਜਾਂਦੇ ਹਨ, ਕਿਉਂਕਿ ਪਾਪ ਦਾ ਫਲ ਹੀ ਤਾਂ ਦੁੱਖ ਹੁੰਦਾ ਹੈ। ਜੇ ਸਾਧ ਸੰਗਤ ਜੀ ਬੀਜ ਹੀ ਨਾ ਰਵੇ ਤੇ ਫਲ ਕਿੱਥੋਂ ਆਵੇਗਾ। ਜਪਜੀ ਸਾਹਿਬ ਪਾਪਾਂ ਦੇ ਬੀਜ ਨੂੰ ਸਾੜ ਦਿੰਦਾ ਹੈ, ਦੁੱਖਾਂ ਦਾ ਫਲ ਲੱਗਦਾ ਹੀ ਨਹੀਂ। ਅਬ ਕਲ ਯੁਗ ਕੇ ਸਮੇਂ ਮਝਾਰ। ਹੁਣ ਕਲਯੁਗ ਦਾ ਜੋ ਸਮਾਂ ਹੈ, ਬਾਬਾ ਰਾਮ ਰਾਏ ਜੀ ਕਹਿੰਦੇ ਕਲਯੁਗ ਦੇ ਸਮੇਂ 'ਚ ਹੋਰ ਕੋਈ ਜੰਤਰ ਮੰਤਰ ਜਾਦੂ ਟੂਣਾ ਨਹੀਂ ਚੱਲਣਾ, ਕਿਉਂਕਿ ਜਿਹਦਾ ਰਾਜ ਹੋਵੇ ਉਹਦਾ ਸਿੱਕਾ ਚੱਲਦਾ ਹੈ। ਜਿਵੇਂ ਸਾਧ ਸੰਗਤ ਜੀ ਜਦੋਂ ਪਾਂਡਵਾਂ ਦਾ ਰਾਜ ਸੀ ਉਦੋਂ ਪਾਂਡਵਾਂ ਦਾ ਸਿੱਕਾ ਚੱਲਦਾ ਸੀ। ਜਦੋਂ ਰਾਜਪੂਤਾਂ ਦਾ ਰਾਜ ਸੀ, ਚੌਹਾਨਾਂ ਦਾ ਹਿੰਦੁਸਤਾਨ, ਤੇ ਉਦੋਂ ਰਾਜਪੂਤਾਂ ਦਾ ਸਿੱਕਾ ਚੱਲਦਾ ਸੀ। ਜਦੋਂ ਫਿਰ ਮੁਗਲਾਂ ਦਾ ਰਾਜ ਆਇਆ, ਫਿਰ ਮੁਗਲਾਂ ਦਾ ਸਿੱਕਾ ਚੱਲਣ ਲੱਗ ਪਿਆ। ਜਦੋਂ ਅੰਗਰੇਜ਼ਾਂ ਦਾ ਰਾਜ ਆਇਆ, ਉਦੋਂ ਅੰਗਰੇਜ਼ਾਂ ਦਾ ਸਿੱਕਾ ਚੱਲਣ ਲੱਗ ਪਿਆ। ਜਦੋਂ ਫਿਰ ਦੂਸਰੀਆਂ ਸਰਕਾਰਾਂ ਆਈਆਂ, ਉਹਨਾਂ ਨੇ ਆਪਣੇ ਸਿੱਕੇ ਚਲਾ ਲਏ। ਇਸੇ ਤਰ੍ਹਾਂ ਕਲਯੁਗ ਦੇ ਵਿੱਚ ਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ। ਉਹਨਾਂ ਦਾ ਸਿੱਕਾ ਸ੍ਰੀ ਜਪਜੀ ਸਾਹਿਬ ਚੱਲੇਗਾ। ਜਪਜੀ ਸਾਹਿਬ ਦਾ ਮੰਤਰ ਮਹਾਮੰਤਰ ਪੜ੍ਹੋ, ਸਾਰੇ ਦੁੱਖਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਗੁਰੂ ਸਾਹਿਬ ਜੀ ਦੀ ਸੱਚੀ ਬਾਣੀ ਸ੍ਰੀ ਜਪਜੀ ਸਾਹਿਬ ਸੁਣਨ ਨਾਲ ਦੁੱਖਾਂ ਪਾਪਾਂ ਦਾ, ਕਲੇਸ਼ਾਂ ਦਾ, ਵਿਘਨਾਂ ਦਾ ਨਾਸ ਹੋ ਜਾਂਦਾ ਹੈ। ਇਹ ਬਾਦਸ਼ਾਹ ਔਰੰਗਜ਼ੇਬ, ਸਾਨੂੰ ਤਾਂ ਸਾਡੇ ਸਤਿਗੁਰੂ ਨਾਨਕ ਦੇਵ ਜੀ ਨੇ ਮਹਾਮੰਤਰ ਸ੍ਰੀ ਜਪਜੀ ਸਾਹਿਬ ਹੀ ਦਿੱਤਾ ਹੈ। ਇਸ ਕੀ ਸਮਨ ਹੈ ਅਪਰ ਉਦਾਰ। ਸ੍ਰੀ ਜਪਜੀ ਸਾਹਿਬ ਦੇ ਸਮਾਨ ਕੋਈ ਮੰਤਰ ਸੰਸਾਰ 'ਚ ਉਦਾਰ ਕਰਨ ਵਾਲਾ ਨਹੀਂ ਹੈ। ਜਾਂ ਤੇ ਜਲ ਅਬ ਤੁਰਤ ਮੰਗਾਵਹ। ਜੇ ਬਈ ਬੇਗਮ ਤੁਹਾਡੀ ਦੁਖੀ ਹੈ ਨਾ, ਤਾਂ ਜਾਓ ਜਲ ਦਾ ਗੜਵਾ ਛੇਤੀ ਨਾਲ ਮੰਗਾਓ। ਸੁੱਚਾ ਜਲ ਖੂਹ ਤੋਂ ਭਰ ਕੇ ਮੰਗਾਓ ਸਾਡੇ ਕੋਲ। ਹਮ ਪਠਦਾ ਹੈ ਤਹਾ ਪੁਚਾਵਹ। ਅਸੀਂ ਮੰਤਰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਦਿਆਂਗੇ। ਇਹ ਜਲ ਬੇਗਮ ਨੂੰ ਛਕਾ ਦਿਆ ਜੇ,
ਬੇਗਮ ਜਦੋਂ ਜਲ ਛਕੇਗੀ ਬੱਚੇ ਦਾ ਨਾਲ ਹੀ ਜਨਮ ਹੋ ਜਾਏਗਾ ਤੇ ਸਾਰੀ ਪੀੜਾ ਸਾਰੇ ਦੁੱਖ ਕੱਟੇ ਜਾਣਗੇ। ਤਤ ਛਿਨ ਤਿਹ ਪ੍ਰਸੂਤ ਹੋਏ ਜਾਏ। ਉਸੇ ਵੇਲੇ ਬਾਬਾ ਰਾਮ ਰਾਏ ਜੀ ਕਹਿੰਦੇ ਆ ਬਾਦਸ਼ਾਹ ਤੇਰੀ ਬੇਗਮ ਸੁਖੀ ਹੋ ਜਾਏਗੀ, ਬੱਚੇ ਦਾ ਜਨਮ ਸੌਖਾ ਹੋ ਜਾਏਗਾ। ਸੁਖ ਉਪਜੈ ਦੁਖ ਸਕਲ ਬਿਲਾਏ। ਸੁਖ ਮਿਲੇਗਾ, ਦੁੱਖ ਦੀ ਨਿਰਵਿਰਤੀ ਹੋਵੇਗੀ, ਦੁੱਖ ਕਟਿਆ ਜਾਵੇਗਾ। ਸੁਨਤ ਸ਼ਾਹ ਨੇ ਨੀਰ ਮੰਗਾਵਾ। ਔਰੰਗਜ਼ੇਬ ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਦਾ ਬਚਨ ਸੁਣ ਕੇ ਉਸੇ ਵੇਲੇ ਗੜਵਾ ਜਲ ਦਾ ਮੰਗਾ ਲਿਆ ਹੈ ਗੁਰਸਤ ਕੇ ਤਹ ਨਿਕਟ ਰਖਾਵਾ। ਤੇ ਸੁੱਚਾ ਜਲ ਬਾਬਾ ਜੀ ਦੇ ਬਾਬਾ ਰਾਮ ਰਾਏ ਜੀ ਦੇ ਸਾਹਮਣੇ ਚੌਂਕੀ ਤੇ ਰੱਖ ਦਿੱਤਾ ਹੈ। ਜਪਜੀ ਪਾਠ ਸੰਪੂਰਨ ਕੀਨ। ਬਾਬਾ ਜੀ ਨੇ ਮਨ ਬਿਰਤੀਆਂ ਜੋੜ ਕੇ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਇੱਕ ਓੰਕਾਰ ਤੋਂ ਲੈ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪੂਰੇ ਮਨ ਜੋੜ ਕੇ ਪਾਠ ਸ੍ਰੀ ਜਪਜੀ ਸਾਹਿਬ ਜੀ ਦਾ ਮਹਾਂਪੁਰਸ਼ਾਂ ਨੇ ਕੀਤਾ ਹੈ। ਪੁਨ ਜਲ ਅੰਤਰ ਕੋ ਪਠ ਦੀਨ। ਤੇ ਫਿਰ ਉਹ ਜਲ ਦਾ ਗੜਵਾ ਬਾਦਸ਼ਾਹ ਦੀ ਬੇਗਮ ਵਾਸਤੇ ਮਹਿਲਾਂ ਦੇ ਅੰਦਰ ਭੇਜ ਦਿੱਤਾ ਹੈ। ਬੇਗਮ ਕੇ ਮੁਖ ਮੈਂ ਜਬ ਪਾਇਓ। ਜਦੋਂ ਜਾ ਕੇ ਦਾਸੀਆਂ ਨੇ ਦੱਸਿਆ ਵੀ ਬੇਗਮ ਸਾਹਿਬਾਂ ਇਹ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦਾ ਅਸਰ ਹੈ, ਜਪਜੀ ਸਾਹਿਬ ਦਾ ਪਾਠ ਵਾਲਾ ਜਲ ਹੈ, ਬਾਬਾ ਰਾਮ ਰਾਏ ਜੀ ਨੇ ਭੇਜਿਆ ਹੈ। ਬੇਗਮ ਸਾਹਿਬਾਂ ਦੇ ਮੂੰਹ 'ਚ ਪਾਇਆ ਜਦੋਂ ਜਲ, ਤੁਰਤ ਪ੍ਰਸੂਤ ਭਇਓ ਸੁਤ ਆਇਓ। ਇਧਰ ਘੁੱਟ ਭਰਨ ਦੀ ਦੇਰ ਸੀ, ਉਧਰੋਂ ਬੱਚੇ ਦਾ ਜਨਮ ਹੋ ਗਿਆ। ਨਾਲ ਹੀ ਕਲਾ ਵਰਤਾਤੀ ਬਾਬਾ ਰਾਮ ਰਾਏ ਜੀ ਨੇ, ਗੁਰਬਾਣੀ ਦੀ ਮਹਿਮਾ ਦੱਸ ਦਿੱਤੀ। ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਇੰਨਾ ਅਸਰਦਾਇਕ ਹੈ ਵੀ ਸਾਰੇ ਦੁੱਖ ਪਾਪ ਮਿਟ ਜਾਂਦੇ ਹਨ। ਕੋਈ ਵਿਘਨ ਸੀਗਾ ਜਿਹੜਾ ਬੇਗਮ ਦੇ ਵਾਸਤੇ ਉਹਨੂੰ ਦੁੱਖ ਦੇ ਰਿਹਾ ਸੀ, ਉਹਦੇ ਦੁੱਖ ਦਾ ਸਮਾਂ ਪੂਰਾ ਹੋ ਗਿਆ। ਤੇ ਇਧਰੋਂ ਅੰਮ੍ਰਿਤ ਜਲ ਜਦੋਂ ਮੂੰਹ 'ਚ ਪਿਆ ਤੇ ਬੇਗਮ ਦੇ ਪੇਟ ਤੋਂ ਬੱਚੇ ਦਾ ਜਨਮ ਹੋਇਆ। ਭਈ ਸ਼ਾਂਤ ਸਭ ਅੰਤఃਪੁਰ ਮੈਂ। ਸਾਰੇ ਮਹਿਲਾਂ ਦੇ ਵਿੱਚ ਖੁਸ਼ੀਆਂ ਹੋ ਗਈਆਂ, ਵਧਾਈਆਂ ਹੋਣ ਲੱਗੀਆਂ ਅਤੇ ਸ਼ਾਂਤੀ ਵੀ ਹੋ ਗਈ, ਕਿਉਂਕਿ ਬੇਗਮ ਬੜੀ ਹਾਏ ਹਾਏ ਕਰ ਰਹੀ ਸੀ। 2 ਦਿਨ ਹੋ ਗਏ ਸੀ। ਪ੍ਰਸੂਤਾ ਦੀ ਪੀੜਾ ਬਹੁਤ ਮਾੜੀ ਹੁੰਦੀ, ਦੁਖਦਾਈ ਹੁੰਦੀ ਹੈ। ਉਹ ਮਾਂ ਹੀ ਜਾਣਦੀ ਹੈ ਜਿਹੜੀ ਬੱਚੇ ਨੂੰ ਜਨਮ ਦਿੰਦੀ ਹੈ। ਇਸ ਕਰਕੇ ਮਾਂ ਦਾ ਤਪ ਬਹੁਤ ਵੱਡਾ ਮੰਨਿਆ ਗਿਆ ਹੈ। ਮਾਂ ਵਰਗਾ ਸੰਸਾਰ ਤੇ ਕੋਈ ਤਪਸਵੀ ਨਹੀਂ, ਜਿਹੜੀ ਆਪਣੇ ਸਰੀਰ ਦੇ ਵਿੱਚੋਂ ਆਪਣੇ ਖੂਨ ਦੇ ਨਾਲ 9 ਮਹੀਨੇ ਬੱਚੇ ਨੂੰ ਸਿੰਜਦੀ ਹੈ, ਫਿਰ ਉਸ ਨੂੰ ਜਨਮ ਦੇਣ ਵੇਲੇ ਪੀੜਾ ਸਹਿੰਦੀ ਹੈ, ਫਿਰ ਜਨਮ ਤੋਂ ਬਾਅਦ ਉਹਦੀ ਸੇਵਾ ਸੰਭਾਲ ਕਰਦੀ ਹੈ, ਉਹਨੂੰ ਗੋਦੀ ਚੁੱਕਦੀ ਹੈ, ਉਹਨੂੰ ਆਪ ਗਿੱਲੇ ਥਾਂ 'ਤੇ ਪੈ ਕੇ ਬੱਚੇ ਨੂੰ ਸੁੱਕੀ ਥਾਂ 'ਤੇ ਸਵਾਉਂਦੀ ਹੈ। ਇਸ ਕਰਕੇ ਮਾਂ ਦਾ ਬਹੁਤ ਵੱਡਾ ਤਪ ਹੈ। ਮਾਤਾ ਜਿਹੜੀ ਬਾਦਸ਼ਾਹ ਦੀ ਬੇਗਮ ਸੀਗੀ ਉਹ ਬਹੁਤ ਦੁਖੀ ਸੀ। ਜਦੋਂ ਉਹਦੇ ਪੇਟ ਤੋਂ ਬੱਚਾ ਹੋਇਆ ਉਹਦੀ ਪੀੜਾ ਦੁੱਖ ਉਸੇ ਵੇਲੇ ਮਿਟ ਗਿਆ, ਸਾਰੇ ਮਹਿਲਾਂ 'ਚ ਸ਼ਾਂਤੀ ਹੋ ਗਈ। ਬੱਚੀ ਵਧਾਈ ਨੌ ਰੰਗ ਘਰ ਮੈਂ। ਔਰੰਗਜ਼ੇਬ ਦੇ ਘਰ 'ਚ ਵਧਾਈਆਂ ਵੱਜਣ ਲੱਗੀਆਂ, ਖੁਸ਼ੀਆਂ ਹੋਣ ਲੱਗੀਆਂ, ਸਾਰੇ ਬਾਦਸ਼ਾਹ ਨੂੰ ਵਧਾਈਆਂ ਦਿੰਦੇ ਹਨ। ਰਾਖਿਓ ਨਾਮ ਬਹਾਦਰ ਸ਼ਾਹ। ਉਸ ਬੱਚੇ ਦਾ ਨਾਮ ਬਹਾਦਰ ਸ਼ਾਹ ਰੱਖਿਆ, ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ, ਜਿਹੜਾ ਬਾਅਦ ਵਿੱਚ ਪ੍ਰਸਿੱਧ ਬਾਦਸ਼ਾਹ ਬਣਿਆ ਹਿੰਦੁਸਤਾਨ ਦਾ। ਔਰੰਗੇ ਦੀ ਮੌਤ ਤੋਂ ਬਾਅਦ ਇਹ ਉਦੋਂ ਜੰਮਿਆ ਸੀ ਜਦੋਂ ਬਾਬਾ ਰਾਮ ਰਾਏ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਬੇਗਮ ਵਾਸਤੇ ਅੰਮ੍ਰਿਤ ਜਲ ਭੇਜਿਆ ਸੀ। ਸਭ ਪ੍ਰਕਾਰ ਕੋ ਕਰਿਓ ਉਸ਼ਾਹੂ। ਔਰ ਸਾਰੇ ਤਰ੍ਹਾਂ ਦਾ ਉਤਸ਼ਾਹ ਕੀਤਾ ਗਿਆ। ਜਬ ਸਤ ਗੁਰ ਦਸਵੇਂ ਪਾਤਸ਼ਾਹੂ। ਜਦੋਂ ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ 300 ਮਿਲਿਓ ਰਹਿਓ ਕਰ ਚਾਹੂ। ਸਾਧ ਸੰਗਤ ਜੀ ਬਾਦਸ਼ਾਹ ਬਹਾਦਰ ਸ਼ਾਹ ਉਹਨਾਂ ਨੂੰ ਮਿਲਿਆ ਸੀਗਾ। ਮਹਾਰਾਜ ਜਾ ਰਹੇ ਸਨ ਦੱਖਣ ਦੇਸ਼ ਨੂੰ। ਪੁਸ਼ਕਰ ਦੇ ਵਿਖੇ ਖਬਰ ਮਿਲੀ ਕਿ ਔਰੰਗਾ ਤਾਂ ਮਰ ਗਿਆ ਹੈ ਤੇ ਮਹਾਰਾਜ ਰਾਜਸਥਾਨ ਚੋਂ ਦਿੱਲੀ ਵੱਲ ਨੂੰ ਮੁੜੇ। ਰਸਤੇ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਜਾ ਮਿਲੇ। ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਦੇ ਉਸਤਾਦ ਵੀ ਸਨ ਤੇ ਉਹਦੇ ਮਿੱਤਰ ਵੀ ਸਨ। ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਬੇਨਤੀ ਕੀਤੀ ਵੀ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਨੂੰ ਬੇਨਤੀ ਕਰੋ ਵੀ ਮੈਨੂੰ ਰਾਜ ਦਵਾ ਦੇਣ ਹਿੰਦੁਸਤਾਨ ਦਾ। ਤੇ ਭਾਈ ਨੰਦ ਲਾਲ ਨੇ ਬੇਨਤੀ ਸਤਿਗੁਰਾਂ ਕੋਲ ਪਹੁੰਚਾਈ ਸੀ ਤੇ ਮਹਾਰਾਜ ਬਹਾਦਰ ਸ਼ਾਹ ਦੀ ਮਦਦ ਕਰਨ ਲਈ ਜਾਜੂ ਦੀ ਸਰਾਏ, ਅੱਜ ਕੱਲ੍ਹ ਉਹ ਜਗ੍ਹਾ ਆਗਰੇ ਤੋਂ 22 ਕਿਲੋਮੀਟਰ ਗਵਾਲੀਅਰ ਰੋਡ ਦੇ ਉੱਤੇ ਵਾਕਿਆ ਹੈ।
ਉੱਥੇ ਜਾਜੂ ਦੀ ਸਰਾਂ ਵਿੱਚ ਸਾਧ ਸੰਗਤ ਜੀ ਗੁਰਦੁਆਰਾ ਵੀ ਬਣਨਾ ਚਾਹੀਦਾ, ਪਰ ਅਸੀਂ ਬਣਾ ਨਹੀਂ ਸਕੇ। ਪਿਛਲੇ 15-16 ਸਾਲ ਤੋਂ ਉੱਥੇ ਇੱਕ ਉਧਰ ਦਾ ਹੀ ਸਿੰਘ ਲੱਗਾ ਹੋਇਆ, ਵਿਚਾਰਾ ਬਹੁਤ ਗਰੀਬ, ਇਤਨਾ ਗਰੀਬ ਹੈ ਵੀ ਘਰ ਦੇ ਵਿੱਚ ਪ੍ਰਸ਼ਾਦਾ ਵੀ ਨਹੀਂ ਹੁੰਦਾ। ਫਿਰ ਵੀ ਉਹ ਸਿੰਘ ਕਹਿੰਦਾ ਵੀ ਮੈਂ ਨਿਸ਼ਾਨ ਸਾਹਿਬ ਲਾਇਆ, ਇਹ ਬਣਾ ਕੇ ਛੱਡਣਾ ਗੁਰਦੁਆਰਾ। ਉਹ ਆਗਰੇ ਤੋਂ 22 ਕਿਲੋਮੀਟਰ ਅੱਗੇ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਧਰਮ ਸਿੰਘ ਜੀ ਦੀ ਜਥੇਦਾਰੀ ਹੇਠ 300 ਸਿੰਘਾਂ ਦੀ ਫੌਜ ਭੇਜੀ ਸੀ ਔਰ ਆਪਣੇ ਸ਼ਹੀਦੀ ਪਹਿਰੇ ਦੁਆਰਾ ਤੀਰ ਮਾਰ ਕੇ ਬਹਾਦਰ ਸ਼ਾਹ ਦੇ ਦੁਸ਼ਮਣ ਤਾਰਾ ਆਜ਼ਮ ਨੂੰ ਮਾਰਿਆ ਸੀ। ਤੇ ਸਾਧ ਸੰਗਤ ਜੀ ਬਹਾਦਰ ਸ਼ਾਹ ਨੂੰ ਆਗਰੇ 'ਚ ਲਿਆ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣਾਇਆ ਸੀ। ਇਹ ਬਹਾਦਰ ਸ਼ਾਹ ਉਹੀ ਹੈ ਔਰੰਗਜ਼ੇਬ ਦਾ ਪੁੱਤਰ, ਜਿਹੜਾ ਬਾਬਾ ਰਾਮ ਰਾਏ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਭੇਜਿਆ ਤੇ ਜਨਮ ਹੋਇਆ ਸੀ। ਜਪਜੀ ਪਠੇ ਜਨਮ ਜਿਸ ਹੋਏ। ਸ੍ਰੀ ਜਪਜੀ ਸਾਹਿਬ ਦਾ ਪਾਠ ਉਹ ਅੰਮ੍ਰਿਤ ਛਕਣ ਕਰਕੇ, ਜਲ ਛਕਣ ਕਰਕੇ ਇਹਦਾ ਜਨਮ ਹੋਇਆ ਸੀ। ਜਾਂ ਤੇ ਮਿਲਿਓ ਸਾਥ ਗੁਰ ਸੋਏ। ਇਸ ਕਰਕੇ ਇਹਨੂੰ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ। ਤਾਰਾ ਆਜ਼ਮ ਪੁੱਤਰ ਵਿਸਾਲ। ਜਿਹੜਾ ਦੂਜਾ ਇਹਦਾ ਭਾਈ ਸੀ ਤਾਰਾ ਆਜ਼ਮ, ਉਹਨੂੰ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਪਹਿਰੇ ਵਿੱਚ ਮਾਰਿਆ ਸੀ, ਤੀਰ ਮਾਰ ਕੇ ਉਹਦੀ ਖੋਪੜੀ ਉਡਾ ਦਿੱਤੀ ਸੀ। ਸੋ ਮਾਰਿਓ ਸਤਿਗੁਰ ਸਰਨਾਲ। ਮਹਾਰਾਜ ਨੇ ਤੀਰ ਨਾਲ ਮਾਰ ਦਿੱਤਾ ਸੀ ਤਾਰਾ ਆਜ਼ਮ ਨੂੰ, 2 ਤੀਰ ਮਾਰੇ ਸਨ, ਉਹਦੇ ਮੱਥੇ 'ਚ ਖੋਪੜੀ ਉਡਾ ਦਿੱਤੀ ਸੀ। ਤੇ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦਿੱਤੀ ਸੀ, ਕਿਉਂਕਿ ਗੁਰੂ ਸਾਹਿਬ ਦਾ ਪ੍ਰੇਮ ਰੱਖਣ ਲੱਗ ਪਿਆ ਸੀ। ਪਤਸ਼ਾਹਤ ਅਰ ਸਕਲ ਸਮਾਜਾ। ਹਿੰਦੁਸਤਾਨ ਦੀ ਬਾਦਸ਼ਾਹੀ ਤੇ ਸਾਰਾ ਰਾਜ ਭਾਗ ਸਾਜੋ ਸਮਾਜ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਨੂੰ ਦਿੱਤਾ ਸੀ। ਇਸ ਕੋ ਬਖਸ਼ਿਓ ਗੁਰ ਮਹਾਰਾਜਾ। ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਨੇ ਜਾਜੂ ਦੀ ਸਰਾਂ ਦੇ ਵਿੱਚ ਤਾਰਾ ਆਜ਼ਮ ਨੂੰ ਮਾਰ ਕੇ ਤੇ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੱਤਾ। ਜਪਜੀ ਹੀ ਕਾਰਨ ਇਸ ਕੇਰ। ਇਹਦਾ ਕਾਰਨ ਵੀ ਸ੍ਰੀ ਜਪਜੀ ਸਾਹਿਬ ਹੀ ਸੀ। ਜਪਜੀ ਸਾਹਿਬ ਦੇ ਪਾਠ ਦੇ ਨਾਲ ਇਹ ਮੋਰਚਾ ਫਤਿਹ ਹੋਇਆ ਸੀ, ਭਾਵ ਇਹਦਾ ਜਨਮ ਹੋਇਆ ਸੀ। ਤੇ ਫਿਰ ਇਹਦੇ ਮਨ ਵਿੱਚ ਗੁਰੂ ਘਰ ਪ੍ਰਤੀ ਕੁਛ ਨਾ ਕੁਛ ਖਿਚਾਓ ਬਣਿਆ ਰਿਹਾ ਸੀ। ਸ਼ਰਨ ਤਕੀ ਸਤਿਗੁਰ ਕੀ ਫੇਰ। ਤਾਂ ਗੁਰੂ ਦੀ ਸ਼ਰਨ ਫਿਰ ਤੱਕਣੀ ਪੈ ਗਈ, ਕਿਉਂਕਿ ਜੋ ਜਨਮ ਦੇ ਸਮੇਂ ਮਾਂ ਦੇ ਬੱਚੇ ਦੇ ਉੱਤੇ ਅਸਰ ਪੈਂਦਾ ਉਹ ਸਾਰੀ ਉਮਰ ਰਹਿੰਦਾ ਹੈ। ਇਸੇ ਕਰਕੇ ਸਿਆਣੇ ਬਜ਼ੁਰਗ ਕਹਿੰਦੇ ਹਨ ਵੀ ਜਿਸ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੋਵੇ ਉਹ ਰੋਜ਼ ਗੁਰਬਾਣੀ ਪੜ੍ਹੇ, ਸਵੇਰੇ ਉੱਠ ਕੇ ਆਪਣੇ ਗੁਰੂ ਦੇ, ਪਰਮੇਸ਼ਰ ਦੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦਰਸ਼ਨ ਕਰੇ, ਮੱਥਾ ਟੇਕੇ, ਗੁਰਬਾਣੀ ਦਾ ਪਾਠ ਕਰਦੀ ਰਹੇ, ਵਾਹਿਗੁਰੂ ਦਾ ਜਾਪ ਕਰਦੀ ਰਹੇ। ਜਾਂ ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਨਾ, ਆਸਾ ਮਹੱਲਾ 5ਵਾਂ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਇਹੋ ਜਿਹੀ ਗੁਰਬਾਣੀ ਦਾ ਨਿਤਨੇਮ ਪਾਠ ਮਾਂ ਕਰਦੀ ਰਵੇ। ਜਦੋਂ ਬੱਚਾ ਜਨਮ ਲਵੇ ਉਹਨੂੰ ਗੁਰੂ ਮਹਾਰਾਜ ਦੀ ਬਾਣੀ ਦੀ ਗੁੜਤੀ ਦੇਵੇ। ਬਾਟੇ ਸਰਬਲੋ ਦੇ ਬਾਟੇ ਵਿੱਚ ਸਰਬਲੋ ਦੀ ਕਿਰਪਾਨ ਜਾਂ ਖੰਡਾ ਜੇ ਭਜੰਗੀ ਹੋਵੇ ਤੇ ਖੰਡਾ, ਜੇ ਭਜੰਗਣ ਹੋਵੇ ਤੇ ਕਿਰਪਾਨ। ਇਹ ਰੀਤੀ ਹੈ, ਮਰਿਆਦਾ ਹੈ ਪੁਰਾਤਨ। ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ, ਆਨੰਦ ਸਾਹਿਬ ਦਾ ਪਾਠ ਕਰਕੇ ਤੇ ਖੰਡਾ ਫੇਰਦਿਆਂ ਹੋਇਆਂ ਵਿੱਚ ਪਤਾਸੇ ਪਾ ਕੇ ਅੰਮ੍ਰਿਤ ਤਿਆਰ ਕਰਕੇ ਬੱਚੇ ਨੂੰ ਛਕਾਵੇ। ਉਹ ਬੱਚਾ ਜ਼ਰੂਰ ਗੁਰੂ ਘਰ ਨਾਲ ਜੁੜਿਆ ਰਹੇਗਾ। ਜਦੋਂ ਅਸੀਂ ਫਿਲਮਾਂ ਵੇਖ ਕੇ ਸਾਧ ਸੰਗਤ ਜੀ ਮਾੜੇ ਖਿਆਲਾਂ ਨਾਲ ਸੰਤਾਨ ਨੂੰ ਜਨਮ ਦਿਆਂਗੇ ਤਾਂ ਉਹ ਬੱਚੇ ਫਿਰ ਆਪੇ ਹੀ ਮੋਨੇ ਘੋਨੇ ਹੋ ਜਾਂਦੇ ਆ, ਸਿਰ ਮੂੰਹ ਮਨਾ ਲੈਂਦੇ, ਨਸ਼ੇ ਪੱਤੇ ਕਰਨ ਲੱਗ ਜਾਂਦੇ ਆ, ਗੁਰਬਾਣੀ ਤੋਂ, ਪੰਥ ਤੋਂ ਦੂਰ ਹੋ ਜਾਂਦੇ ਆ, ਬਲਕਿ ਗੁਰੂ ਪੰਥ ਦੀ ਨਿੰਦਾ ਕਰਨ ਲੱਗ ਜਾਂਦੇ। ਸੋ ਇਹ ਰੂਹਾਂ ਦਾ ਹੀ ਫਰਕ ਹੁੰਦਾ। ਜੇ ਹੁਣ ਆਪਾਂ ਜਨਮ ਦੇਣਾ, ਚੰਗੀ ਰੂਹ ਵਾਸਤੇ ਅਰਦਾਸ ਕਰੀਏ, ਮਹਾਰਾਜ ਚੰਗੀ ਰੂਹ ਸਾਡੇ ਘਰ ਭੇਜੀ। ਪਹਿਲੀ ਤਾਂ ਮਾਂ-ਬਾਪ ਦੀ ਅਰਦਾਸ ਇਹ ਹੋਣੀ ਚਾਹੀਦੀ ਹੈ ਵੀ ਜਿਹੜਾ ਬੱਚਾ ਸਾਡੇ ਘਰ ਆਵੇ ਕੋਈ ਚੰਗੀ ਆਤਮਾ ਹੋਵੇ, ਨਾਮ ਜਪਣ ਵਾਲਾ ਹੋਵੇ, ਗੁਰਬਾਣੀ ਪੜ੍ਹਨ ਵਾਲਾ ਹੋਵੇ, ਕੋਈ ਸ਼ਹੀਦ ਸਿੰਘ ਹੋਵੇ ਜਾਂ ਕੋਈ ਭਗਤ ਸੰਤ ਬ੍ਰਹਮ ਗਿਆਨੀ ਮਹਾਂਪੁਰਸ਼ ਹੋਵੇ, ਤੇ ਮਾਂ ਭਗਤੀ ਕਰੇਗੀ ਤੇ ਉਹਦੇ ਘਰ ਬੱਚਾ ਜਨਮ ਲਵੇਗਾ। ਜਿੰਨਾ ਵੀ ਤਪ ਕਰੋਗੇ ਉਹਨਾਂ ਅਸਰ ਰਹੇਗਾ। ਭਾਵੇਂ ਬਾਦਸ਼ਾਹ ਦੀ ਬੇਗਮ ਨੇ ਵੀ ਕੋਈ ਬਹੁਤਾ ਜਪ ਤਪ ਦਾ ਨਹੀਂ ਸੀ ਕੀਤਾ, ਪਰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਬਾਬਾ ਰਾਮ ਰਾਏ ਜੀ ਨੇ ਜਲ ਹੀ ਛਕਾਇਆ ਸੀ।
ਉਹਦਾ ਵੀ ਦੇਖੋ ਕਿੰਨਾ ਅਸਰ ਹੈ। ਜੇ ਮਾਂ ਰੋਜ਼ ਜਪਜੀ ਸਾਹਿਬ ਪੜ੍ਹੇਗੀ ਉਹਦਾ ਕਿੰਨਾ ਜ਼ਿਆਦਾ ਹੋਵੇਗਾ। ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਸੀ ਗੁਰੂ ਘਰ ਨਾਲ ਜੁੜਿਆ ਸੀ। ਕਵੀ ਜੀ ਲਿਖਦੇ ਹਨ, ਸੁਣੀ ਬਾਤ ਬੇਗਮ ਨੇ ਸਾਰੀ, ਬੇਗਮ ਨੇ ਜਦੋਂ ਇਹ ਸਾਰੀ ਗੱਲ ਸੁਣੀ ਬਹੁਤਨ ਪਠ ਕੈ ਬਿਨੈ ਉਚਾਰੀ। ਉਹਨੇ ਆਪਣੇ ਵੱਲੋਂ ਵੀ ਬਹੁਤ ਸਾਰੀ ਮਾਇਆ ਨਾ ਬਾਬਾ ਰਾਮ ਰਾਏ ਜੀ ਦੇ ਡੇਰੇ 'ਚ ਭੇਜੀ। ਮੇਰੇ ਵੱਲੋਂ ਵੀ, ਬਾਦਸ਼ਾਹ ਤਾਂ ਭੇਜਦਾ ਹੀ ਹੈ, ਬੇਗਮ ਕਹਿੰਦੀ ਮੇਰੇ ਵੱਲੋਂ ਵੀ ਬਾਬਾ ਜੀ ਦਾ ਸ਼ੁਕਰਾਨਾ ਕਰਨਾ। ਉਹਨਾਂ ਨੇ ਬੜੀ ਕਿਰਪਾ ਕੀਤੀ, ਜੋ ਜਪਜੀ ਸਾਹਿਬ ਦਾ ਪਾਠ ਕਰਕੇ ਅੰਮ੍ਰਿਤ ਭੇਜਿਆ, ਮੇਰੀ ਜਾਨ ਸੌਖੀ ਹੋ ਗਈ। ਦੂਜਾ, ਮੈਨੂੰ ਪੁੱਤਰ ਰਤਨ ਦੀ ਪ੍ਰਾਪਤੀ ਹੋ ਗਈ, ਮਾਂ ਬਣ ਗਈਆਂ। ਸਤਿਗੁਰ ਸਤ ਕੋ ਮਾਨਤ ਰਹੀ। ਉਹ ਫਿਰ ਸਾਰੀ ਉਮਰ ਨਾ ਉਹ ਬੇਗਮ ਬਾਬਾ ਰਾਮ ਰਾਏ ਜੀ ਨੂੰ ਮੰਨਦੀ ਰਹੀ ਹੈ। ਬਾਦਸ਼ਾਹ ਵੀ ਮੰਨਦਾ ਰਿਹਾ, ਪਰ ਬੇਗਮ ਜ਼ਿਆਦਾ ਮੰਨਦੀ ਸੀ ਕਿ ਮਾਈਆਂ ਦੇ ਸ਼ਰਧਾ ਬਹੁਤ ਹੁੰਦੀ ਹੈ। ਵਾਹਿਗੁਰੂ ਨੇ, ਪ੍ਰਮਾਤਮਾ ਨੇ ਬੀਬੀਆਂ ਨੂੰ ਵੀ ਬੜੇ ਗੁਣ ਦਿੱਤੇ ਨੇ। ਬੀਬੀਆਂ ਨੂੰ ਰੱਬ ਨੇ ਸ਼ਰਧਾ ਦਿੱਤੀ ਹੈ। ਅਜੇ ਬੰਦੇ 'ਚ ਫਿਰ ਵੀ ਸ਼ੰਕਾ ਕਿੰਤੂ ਪਰੰਤੂ ਦੇਖਿਆ ਜਾਂਦਾ। ਆਪਣੇ ਸਿੰਘਾਂ ਵਿੱਚ ਵੀ ਹੁਣ ਸਾਧ ਸੰਗਤ ਜੀ ਦੇਖੀਏ ਨਾ, ਬੀਬੀਆਂ ਜ਼ਿਆਦਾ ਬਾਣੀ ਪੜ੍ਹਦੀਆਂ, ਨਿਤਨੇਮ ਕਰਦੀਆਂ, ਗੁਰਦੁਆਰੇ ਆਉਂਦੀਆਂ, ਬੱਚਿਆਂ ਨੂੰ ਵੀ ਮਾੜਾ ਮੋਟਾ ਗੁਰੂ ਨਾਲ ਜੋੜਦੀਆਂ। ਤੇ ਜਿਹੜੀਆਂ ਮਾਵਾਂ ਪੂਰੇ ਤਨ ਮਨ ਨਾਲ ਬੱਚਿਆਂ ਨੂੰ ਇਸ ਪਾਸੇ ਲਾਉਂਦੀਆਂ, ਬੱਚੇ ਰਹਿੰਦੇ ਵੀ ਤਿਆਰ ਬਰ ਤਿਆਰ ਹੈ। ਤੇ ਜੇ ਕੋਈ ਮਾੜਾ ਮੋਟਾ ਢਿੱਲ ਮੱਠ ਕਰਨ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਲਯੁਗ ਘੇਰ ਲੈਂਦਾ। ਬਾਦਸ਼ਾਹ ਦੀ ਬੇਗਮ ਬਾਬਾ ਰਾਮ ਰਾਏ ਜੀ ਨੂੰ ਮੰਨਦੀ ਰਹੀ ਹੈ। ਅਧਿਕ ਮਹਿਮਾ ਅਧਿਕ ਸਬਨ ਤੇ ਲਹੀ। ਔਰ ਬੇਗਮ ਨੂੰ ਪਤਾ ਲੱਗ ਗਿਆ ਵੀ ਮਹਾਂਪੁਰਸ਼ਾਂ ਦੀ ਮਹਿਮਾ ਬੜੀ ਹੈ। ਬਾਬਾ ਰਾਮ ਰਾਏ ਜੀ ਕਰਨੀ ਦੇ ਪੂਰੇ ਹਨ, ਜੋ ਚਾਹਣ ਉਹ ਕਰ ਸਕਦੇ ਹਨ। ਗੁਰੂ ਨਾਨਕ ਸਾਹਿਬ ਦੇ ਘਰ ਦੀ ਸ਼ਕਤੀ ਜਿਹੜੀ ਹੈ ਪ੍ਰਤੱਖ ਉਸ ਬੇਗਮ ਨੇ ਬਾਬਾ ਜੀ ਕੋਲੋਂ ਵੇਖੀ ਹੈ। ਕੇਤਕ ਦਿਵਸ ਇਮ ਬਹਰ ਬਿਤਾਏ। ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਦਿਨ ਹੋਰ ਬੀਤੇ। ਇੱਕ ਦਿਨ ਸਭਾ ਬਿਖੈ ਚਲ ਆਏ। ਇੱਕ ਦਿਨ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ 'ਚ ਆ ਗਏ। ਨੌਰੰਗ ਸ਼ਾਹ ਹਰਕ ਉਰਹੋਵਾ। ਔਰੰਗਾ ਬੜਾ ਖੁਸ਼ ਹੋਇਆ ਬਾਬਾ ਜੀ ਦੇ ਦਰਸ਼ਨ ਕਰਕੇ। ਮਲਿਨ ਕੀ ਕੁਸ਼ਤੀ ਕਹ ਜੋਵਾ। ਕਹਿਣ ਲੱਗਾ, ਬਾਬਾ ਜੀ ਅੱਜ ਕੁਸ਼ਤੀਆਂ ਵੇਖਣੀਆਂ ਪਹਿਲਵਾਨਾਂ ਦੀਆਂ, ਤੁਸੀਂ ਵੀ ਬੈਠੋ ਖਾੜੇ ਦੇ ਵਿੱਚ ਤੇ ਮੈਂ ਵੀ ਬੈਠਾਂਗਾ ਤੇ ਆਪਾਂ ਕੁਸ਼ਤੀਆਂ ਕਰਾਣੀਆਂ ਨੇ, ਪਹਿਲਵਾਨਾਂ ਦੇ ਕੌਤਕ ਵੇਖਣੇ ਹਨ। ਉਜਬਕ ਕੇ ਸੁਬਲਾਇਤ ਕੇਰਾ। ਸਾਧ ਸੰਗਤ ਜੀ, ਤੁਰਕਾਂ ਦੀ ਇੱਕ ਜਾਤ ਹੈ, ਇੱਕ ਨਸਲ ਹੈ ਉਜਬਕ। ਉਹ ਬੜੇ ਬੜੇ ਜਵਾਨ ਹੁੰਦੇ, 7-7 ਫੁੱਟੇ 7.5 ਫੁੱਟੇ ਕੱਦ ਉਹਨਾਂ ਦੇ ਆਮ ਹੀ ਹੁੰਦੇ ਆ। ਤੇ ਬੜੇ ਬੜੇ ਵੱਡੇ ਵੱਡੇ ਉਹਨਾਂ ਦੇ ਸਰੀਰ ਹੁੰਦੇ ਆ, ਗੋਡੇ ਵੀ ਊਂਠਾਂ ਵਰਗੇ ਹੁੰਦੇ ਆ, ਬੜੇ ਬੜੇ ਵੱਡੇ। ਉਹਨਾਂ ਨੂੰ ਉਜਬਕ ਕਹਿ ਦਿੰਦੇ ਆ। ਵੈਸੇ ਵੀ ਪਹਿਲਵਾਨਾਂ ਨੂੰ ਜਿਹੜੇ ਬਹੁਤ ਲੰਮੇ ਉੱਚੇ ਕੱਦ ਦੇ ਹੋਣ, ਭਾਰੇ ਭਰਮੇ ਹੋਣ, ਉਹਨਾਂ ਨੂੰ ਉਜਬਕ ਕਹਿ ਦਿੰਦੇ ਆ। ਸੋ ਉਜਬਕ ਤੁਰਕਾਂ ਦੀ ਇੱਕ ਜਾਤੀ ਮੰਨੀ ਗਈ ਹੈ। ਕਿਸੇ ਦੇਸ਼ ਤੋਂ ਪਹਿਲਵਾਨ ਆਇਆ ਸੀ ਬਾਹਰੋਂ। ਖਾਏ ਬਹੁਤ ਅਰ ਔਜ ਕਨੇਰਾ। ਉਹ ਬੜਾ ਖਾ ਜਾਂਦਾ ਸੀ, ਬੱਕਰਾ ਬੱਕਰਾ ਇਕੱਲਾ ਹੀ ਖਾ ਜਾਂਦਾ ਸੀ। ਮੱਖਣ ਦਾ ਕਿਲੋ ਕਿਲੋ ਨਾਸਤੇ 'ਚ ਖਾ ਜਾਂਦਾ ਸੀ ਤੇ ਕਿਲੋ ਕਿਲੋ ਬਦਾਮਾਂ ਦੀ ਸ਼ਰਦਾਈ ਪੀ ਜਾਂਦਾ ਸੀ। ਬੜਾ ਤਗੜਾ ਬੰਦਾ ਸੀ, ਬਹੁਤ ਜ਼ਿਆਦਾ, ਤੇ ਤਾਕਤਵਰ ਵੀ ਬੜਾ ਸੀ। ਜਿੰਨੀ ਤਾਕਤ ਉਹਦੇ ਵਿੱਚ ਸੀ, ਉਹਨੇ ਖਾ ਖਾ ਕੇ ਖੁਰਾਕਾਂ ਤੇ ਮਿਹਨਤ ਕਰ ਕਰਕੇ ਆਪਣਾ ਸਰੀਰ ਬੜਾ ਰਿਸ਼ਟ ਪੁਸ਼ਟ ਤਾਕਤਵਰ ਬਣਾਇਆ ਹੋਇਆ ਸੀ। ਨਹਿਮਤ ਕਛ ਕਰ ਬੇਵਿਵਹਾਰੂ। ਨਹਿਮਤ ਕਛ ਕਰ ਬੇਵਿਵਹਾਰੂ। ਉਹਨੂੰ ਹੋਰ ਕੋਈ ਕੰਮ ਨਹੀਂ ਸੀ ਆਉਂਦਾ, ਖਾਣਾ ਤੇ ਕਸਰਤ ਕਰਨੀ, ਇਹੀ ਉਹਦਾ ਕੰਮ ਸੀ ਪਹਿਲਵਾਨ ਦਾ। ਰਹਿ ਸਪਤ ਬਹ ਆਏ ਆਹਾਰੂ। ਤੇ ਖਾ ਕੇ ਸੁੱਤਾ ਰਹਿੰਦਾ ਸੀ, ਚੰਗਾ ਰੱਜ ਕੇ ਖਾ ਜਾਂਦਾ ਸੀ। ਜੇ ਮੀਟ ਖਾਂਦਾ ਸੀ ਤੇ ਬੱਕਰਾ ਪੂਰਾ ਖਾ ਜਾਂਦਾ ਸੀ। ਜੇ ਰੋਟੀ ਦੇ ਨਾਲ ਖਾਂਦਾ ਸੀਗਾ ਮੱਖਣ ਵਗੈਰਾ ਤੇ ਕਿਲੋ ਕਿਲੋ ਮੱਖਣ ਖਾ ਜਾਂਦਾ ਸੀ। ਤੇ ਜੇ ਪ੍ਰਸ਼ਾਦਿਆਂ ਨੂੰ ਤੇ ਟੋਕਰਾ ਟੋਕਰਾ ਪ੍ਰਸ਼ਾਦਿਆਂ ਨੂੰ ਗੇੜਾ ਦੇ ਜਾਂਦਾ ਸੀ। ਖਾਣ ਦਾ ਤੇ ਸੌਣ ਦਾ ਹੀ ਕੰਮ ਸੀ ਉਹਦਾ। ਜਬ ਕੁਸ਼ਤੀ ਕਰਨੀ ਕਿਹ ਸਾਥ। ਕਹਿੰਦੇ ਜਦੋਂ ਕਿਸੇ ਨਾਲ ਕੁਸ਼ਤੀ ਕਰਨੀ ਹੁੰਦੀ ਸੀ, ਨਿਕਟ ਹਕਾਰਹ ਦਿੱਲੀ ਨਾਥ। ਤੇ ਬਾਦਸ਼ਾਹ ਉਹਨੂੰ ਬੁਲਾ ਲੈਂਦਾ ਸੀ, ਆ ਵੀ ਮੱਲਾ ਅੱਜ ਕੁਸ਼ਤੀ ਕਰਾਣੀ ਹੈ ਤੇਰੀ। ਉਹ ਫਿਰ ਆਪਣੇ ਖਾੜੇ ਦੇ ਵਿੱਚ ਆ ਕੇ ਜ਼ੋਰ ਕਰਦਾ ਸੀ, ਕੁਸ਼ਤੀ ਕਰਦਾ ਸੀ। ਤਿਸ ਕੋ ਦੇਖਤ ਬਾਕ ਬਖਾਨਾ। ਅੱਜ ਬਾਦਸ਼ਾਹ ਨੇ ਉਹਨੂੰ ਬੁਲਾ ਲਿਆ। ਉਹ ਤਾਂ ਪਹਾੜ ਵਰਗਾ ਸੀਗਾ, 7.5 ਫੁੱਟ ਦਾ ਉਹਦਾ ਕੱਦ, ਚੌੜੀ ਛਾਤੀ, ਹਾਥੀ ਦੀ ਸੁੰਡ ਵਰਗੀਆਂ ਉਹਦੀਆਂ ਬਾਹਾਂ, ਤੇ ਝੂਮਦਾ ਝੂਮਦਾ ਆਇਆ। ਬਾਦਸ਼ਾਹ ਨੇ ਉਹਨੂੰ ਦੇਖ ਕੇ ਆਖਿਆ, ਸੁਨੋ ਗੁਰੂ ਸਤ ਇਹ ਬਲਵਾਨਾ। ਬਾਬਾ ਜੀ, ਆਹ ਸਾਡਾ ਪਹਿਲਵਾਨ, ਇਹ ਪਹਿਲਵਾਨ ਅਸੀਂ ਪਾਲਿਆ ਹੋਇਆ, ਇਹ ਕਿਸੇ ਬਾਹਰਲੇ ਮੁਲਕ ਦੀ ਨਸਲ ਦਾ ਬੰਦਾ, ਅਸੀਂ ਰੱਖਿਆ ਇਹਨੂੰ ਆਪਣੇ ਵੱਲੋਂ। ਜਿਵੇਂ ਸਰਕਾਰਾਂ ਅੱਜ ਵੀ ਸਾਧ ਸੰਗਤ ਜੀ ਪਹਿਲਵਾਨਾਂ ਨੂੰ ਜਾਂ
ਟੀਮਾਂ ਨੂੰ, ਜਿਹੜੇ ਗੇਮਾਂ ਖੇਡਦੇ ਨੇ, ਕ੍ਰਿਕਟ ਖੇਡਦੇ ਆ, ਫੁੱਟਬਾਲ ਖੇਡਦੇ ਆ, ਬਾਸਕਟਬਾਲ ਖੇਡਦੇ ਆ, ਜਾਂ ਹੋਰ ਕੋਈ ਦੌੜਾਂ ਲਾਉਂਦੇ ਆ, ਉਹ ਸਰਕਾਰਾਂ ਨੇ ਟੀਮਾਂ ਰੱਖੀਆਂ ਹੁੰਦੀਆਂ ਆਪਣੇ ਆਪਣੇ ਮੁਲਕ ਦੀਆਂ। ਉਹਨਾਂ ਦਿਨਾਂ 'ਚ ਪਹਿਲਵਾਨਾਂ ਦੀ ਬੜੀ ਕਦਰ ਹੁੰਦੀ ਸੀ ਅਤੇ ਵੱਡੇ ਰਾਜੇ ਮਹਾਰਾਜੇ ਪਹਿਲਵਾਨ ਪਾਲਦੇ ਸੀ। ਔਰੰਗਜ਼ੇਬ ਹੁਣ ਐਡਾ ਵੱਡਾ ਬਾਦਸ਼ਾਹ ਸੀ, ਉਹਨੂੰ ਵੀ ਆਪਣੇ ਕੋਲ ਚੰਗੇ ਚੰਗੇ ਪਹਿਲਵਾਨ ਰੱਖਣ ਦਾ ਸ਼ੌਂਕ ਸੀ। ਬਾਦਸ਼ਾਹ ਦੀ ਡਿਊਟੀ ਵੀ ਹੁੰਦੀ ਹੈ ਵੀ ਉਹ ਚੰਗੇ ਮੱਲਾਂ ਦੀ ਪਾਲਣਾ ਕਰੇ, ਕਵੀਆਂ ਦੀ ਪਾਲਣਾ ਕਰੇ, ਗੁਣੀਆਂ ਦੀ ਪਾਲਣਾ ਕਰੇ, ਜਿੱਦਾਂ ਜਿੱਦਾਂ ਦੇ ਕਲਾਕਾਰ ਲੋਕ ਹੁੰਦੇ ਉਹਨਾਂ ਦੀ ਪਾਲਣਾ ਕਰੇ। ਸੋ ਬਾਦਸ਼ਾਹ ਕਹਿਣ ਲੱਗਾ, ਬਾਬਾ ਰਾਮ ਰਾਏ ਜੀ ਨੂੰ ਦੱਸਦਾ, ਕਹਿੰਦਾ ਬਾਬਾ ਜੀ ਆਹ ਕਿਸੇ ਦੇਸ਼ ਦਾ ਪਹਿਲਵਾਨ ਹੈ, ਸਾਡੇ ਕੋਲ ਰਹਿੰਦਾ ਹੈ। ਨਹਿਨ ਬਲਾਇਤ ਇਸ ਮਹ ਐਸੋ, ਇਸ ਹਿੰਦੁਸਤਾਨ ਵਿੱਚ ਤਾਂ ਇੱਦਾਂ ਦਾ ਬੰਦਾ ਹੈ ਹੀ ਨਹੀਂ ਕੋਈ। ਬਾਬਾ ਜੀ ਕੋਈ ਇਹੋ ਜਿਹਾ ਬੰਦਾ ਨਹੀਂ ਹੈ ਕਰਹਿ ਜੁਧ ਕੁਸ਼ਤੀ ਕਹੋ ਜੈਸੋ, ਜਿਹੜਾ ਇਹਦੇ ਨਾਲ ਕੁਸ਼ਤੀ ਕਰਕੇ ਇਹਨੂੰ ਹਰਾ ਦੇਵੇ। ਬਾਹਰਲੇ ਮੁਲਕਾਂ ਦੇ ਪਹਿਲਵਾਨ ਵੀ ਆਉਂਦੇ ਨੇ, ਅਸੀਂ ਕੁਸ਼ਤੀ ਕਰਾਈ, ਇਹ ਜਿੱਤਦਾ ਹਰ ਵਾਰੀ, ਇਹ ਖਾੜੇ 'ਚ ਜਿੱਤ ਹੀ ਹਾਸਲ ਕਰਦਾ ਹੈ, ਇਹ ਕਦੀ ਕੁਸ਼ਤੀ ਕਰਦਿਆਂ ਹਾਰਿਆ ਨਹੀਂ ਹੈ। ਇਸਕੇ ਆਗੇ ਅਰਹਿ ਨ ਕੋਈ, ਬਾਬਾ ਜੀ ਇਹ ਇੰਨਾ ਪਹਿਲਵਾਨ ਤਗੜਾ ਹੈ ਵੀ ਇਹਦੇ ਸਾਹਮਣੇ ਕੋਈ ਅੜ ਨਹੀਂ ਸਕਦਾ। ਦੇਖਤ ਹੀ ਤਰਾਸ ਉਰ ਹੋਈ, ਤੇ ਇਹਨੂੰ ਵੇਖ ਕੇ ਡਰ ਜਾਂਦੇ ਨੇ ਪਹਿਲਵਾਨ। ਐਡਾ ਜਵਾਨ ਵੇਖੋ ਨਾ, ਪਹਾੜ ਵਰਗਾ ਜਵਾਨ ਹੈ, ਇਹਨੂੰ ਵੇਖ ਕੇ ਹੀ ਸਾਹ ਸੁੱਕ ਜਾਂਦੇ ਆ ਦੂਜੇ ਪਹਿਲਵਾਨਾਂ ਦੇ। ਆਸਨਰ ਤਨ ਦੀ ਰਗ ਬਲਵਾਨਾ, ਇਹੋ ਜਿਹੇ ਵੱਡੇ ਕੱਦ ਕਾਠ ਵਾਲਾ, ਐਡੇ ਭਾਰੀ ਸਰੀਰ ਵਾਲਾ, ਐਡਾ ਬਲੀ ਸਰੀਰ ਵਾਲਾ ਤੁਮਨੇ ਪੀ ਦੇਖਿਓ ਕਿਸ ਥਾਨਾ। ਬਾਬਾ ਜੀ ਤੁਸੀਂ ਵੀ ਦੇਖਿਆ ਕਦੀ ਪਹਿਲਵਾਨ? ਬਾਦਸ਼ਾਹ ਔਰੰਗਜ਼ੇਬ ਬੜੀ ਸੇਖੀ ਮਾਰ ਰਿਹਾ ਆਪਣੇ ਪਹਿਲਵਾਨ ਦੀ। ਬਾਬਾ ਜੀ ਤੁਸੀਂ ਸਾਡਾ ਪਹਿਲਵਾਨ ਵੇਖਿਆ? ਆਹ ਦੇਖੋ, ਕਦੀ ਤੁਸੀਂ ਇਹਦੇ ਨਾਲ ਦਾ ਪਹਿਲਵਾਨ ਜਾਂ ਐਡਾ ਬੰਦਾ ਦੇਖਿਆ ਕਿਤੇ? ਹਾਂਜੀ। ਸੁਨ ਸ਼੍ਰੀ ਰਾਮ ਰਾਏ ਬਚ ਭਾਖਾ, ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ, ਹਮਨੇ ਇੱਕ ਚਮਾਰ ਅਸ ਰਾਖਾ। ਬਾਬਾ ਜੀ ਕਹਿੰਦੇ ਅਸੀਂ ਨਾ ਇੱਕ ਚਮਿਆਰ ਰੱਖਿਆ ਹੋਇਆ ਇਹੋ ਜਿਹਾ ਜਿਹੜਾ ਸਾਡੇ ਕੋਲ ਰਹਿੰਦਾ ਹੈ। ਕੁਸ਼ਤੀ ਕਰਤ ਨ ਤਿਆਗੈ ਕਾਹੂ, ਉਹ ਕੁਸ਼ਤੀ ਕਰਦਾ ਹੈ ਤੇ ਕਿਸੇ ਨੂੰ ਨਹੀਂ ਛੱਡਦਾ, ਜਿਹਨੂੰ ਚਾਹੇ ਉਹਨੂੰ ਢਾ ਲੈਂਦਾ ਹੈ। ਤਰੈ ਗਿਰਾਵੇ ਬਹੁ ਬਲ ਜਾਹੂ, ਉਹ ਸਾਡੇ ਕੋਲ ਇੱਕ ਹੈ, ਉਹ ਜਾਤੀ ਦਾ ਤਾਂ ਚਮਿਆਰ ਹੈ। ਸਾਧ ਸੰਗਤ ਜੀ, ਇਹ ਭਗਤ ਰਵਿਦਾਸ ਜੀ ਮਹਾਰਾਜ ਇਸ ਜਾਤੀ 'ਚ ਹੋਏ ਨੇ। ਕਹੋ ਰਵਿਦਾਸ ਚਮਾਰ, ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਨੇ। ਤੇ ਇਸ ਕਰਕੇ ਗੁਰੂ ਘਰ 'ਚ ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਸੀ। ਮਹਾਰਾਜ ਗੁਰੂ ਨਾਨਕ ਦੇ ਘਰ 'ਚ ਬ੍ਰਾਹਮਣ ਵੀ ਰਹਿੰਦੇ ਸੀ, ਖੱਤਰੀ ਵੀ ਰਹਿੰਦੇ ਸੀ, ਜੱਟ ਜ਼ਿਮੀਂਦਾਰ ਵੀ ਰਹਿੰਦੇ ਸੀ, ਨਾਈ ਚੀਂਬੇ ਚਮਿਆਰ ਘੁਮਿਆਰ ਸਾਰੇ ਹੀ ਗੁਰੂ ਦੇ ਸਿੱਖ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਬਾਦਸ਼ਾਹ ਨੇ ਸੇਖੀ ਮਾਰੀ ਨਾ ਵੀ ਸਾਡਾ ਪਹਿਲਵਾਨ ਬੜਾ ਤਗੜਾ ਹੈ, ਤੇ ਬਾਬਾ ਜੀ ਕਹਿੰਦੇ ਸਾਡੇ ਕੋਲ ਵੀ ਇੱਕ ਚਮਿਆਰ ਹੈ। ਸੁਨ ਨੋ ਰੰਗ ਨੇ ਮਨ ਹੈ ਬਾਤੀ, ਬਾਦਸ਼ਾਹ ਔਰੰਗਜ਼ੇਬ ਕਹਿੰਦਾ ਬਾਬਾ ਜੀ ਏਡੇ ਵੱਡੇ ਸਾਡੇ ਪਹਿਲਵਾਨ ਦੇ ਸਾਹਮਣੇ ਤਾਂ ਤੁਹਾਡਾ ਚਮਿਆਰ ਕੁਛ ਵੀ ਨਹੀਂ ਹੋ ਸਕਦਾ, ਕਿਉਂਕਿ ਵਿਚਾਰਾ ਉਹ ਤਾਂ ਇੱਕ ਆਮ ਜਿਹਾ ਬੰਦਾ ਹੋਵੇਗਾ, ਕਿੱਡਾ ਕੁ ਮਾੜੀ ਮੋਟੀ ਕੁਸ਼ਤੀ ਕਰ ਲੈਂਦਾ ਹੋਣਾ, ਪਰ ਜਿੰਨੀ ਖੁਰਾਕ ਇਹ ਖਾਂਦਾ ਹੈ, ਜਿੰਨੀ ਇਹਦੀ ਕਸਰਤ ਹੈ, ਇੰਨੀ ਥੋੜ੍ਹਾ ਕਰਦਾ। ਛੋਟੇ ਮੱਲ ਹੁੰਦੇ ਨੇ ਪਿੰਡਾਂ 'ਚ, ਮਾੜੇ ਮੋਟੇ ਥੋੜ੍ਹਾ ਬਾਲਾ ਜ਼ੋਰ ਕਰ ਲਿਆ, 150 ਡੰਡ ਮਾਰ ਲਏ, 150 ਬੈਠਕਾਂ ਮਾਰ ਲਈਆਂ, 2-4 ਕੁਸ਼ਤੀਆਂ ਕਰ ਲਈਆਂ, ਜਿੱਤ ਗਏ ਹਾਰ ਗਏ, ਤਾਂ ਆਮ ਹੁੰਦਾ। ਪਰ ਆਹ ਜਿਹੜਾ ਮੇਰਾ ਮੱਲ ਹੈ ਨਾ, ਤੁਸੀਂ ਇਹਦੀ ਗੱਲ ਕਰੋ, ਇਹਦੇ ਵਰਗਾ ਤੁਸੀਂ ਦੇਖਿਆ ਕੋਈ? ਹਾਂਜੀ। ਇਸਕੇ ਸਮਕਿਮ ਹੋਏ ਬਖਿਆਤੀ, ਇਹਦੇ ਵਰਗਾ ਨਹੀਂ ਕੋਈ ਹੋਣਾ। ਇਹ ਤਾਂ ਆਪਣੀ ਮਿਸਾਲ ਆਪ ਹੈ। ਮੈਂ ਬਾਹਰਲੇ ਮੁਲਕਾਂ ਦੇ ਪਹਿਲਵਾਨ ਵੀ ਦੇਖੇ ਨੇ, ਪਰ ਇਹਨੂੰ ਕੋਈ ਹਰਾ ਨਹੀਂ ਸਕਿਆ ਅੱਜ ਤਾਈਂ। ਦੇਖਤ ਦੇਹ ਭਲਾਵੈ ਸੋਏ, ਬਾਬਾ ਜੀ ਇਹਦੀ ਦੇਹ ਵੇਖ ਕੇ ਪਹਿਲਵਾਨ ਡਰ ਜਾਂਦੇ, ਭੱਜ ਜਾਂਦੇ ਐ। ਸਨਮੁਖ ਭਏ ਸਧੀਰ ਨ ਹੋਏ, ਇਹਦੇ ਸਾਹਮਣੇ ਤਾਂ ਬੰਦਾ ਉਂਝ ਹੀ ਘਬਰਾ ਜਾਂਦਾ ਵੀ ਐਡਾ ਪਹਿਲਵਾਨ, ਐਡਾ ਦੇਹ ਦੀ, ਇਹ ਚੁੱਕ ਕੇ ਮਾਰੇਗਾ, ਲੱਕ ਤੋੜ ਦੇਗਾ। ਇਹ ਤਾਂ ਇੱਕੋ ਵਾਰੀ ਧੋਬੀ ਪਟਕਾ ਮਾਰ ਕੇ ਬੰਦੇ ਨੂੰ ਖਤਮ ਕਰ ਦੇਵੇਗਾ। ਇਮਨਾ ਰੰਗ ਨੇ ਜਬ ਹੀ ਕਹਿਓ, ਜਦੋਂ ਔਰੰਗਜ਼ੇਬ ਨੇ ਆਪਣੇ ਮੱਲ ਦੀ ਇੰਨੀ ਸਿਫਤ ਕੀਤੀ, ਗੁਰਸਤ ਨੇ ਨਿਜ ਨਰ ਦਿਸ਼ ਚਾਹਿਓ, ਤੇ ਬਾਬਾ ਰਾਮ ਰਾਏ ਜੀ ਨੇ ਆਪਣੇ ਮੱਲ ਵੱਲ ਵੇਖਿਆ। ਬਾਬਾ ਜੀ ਕੋਲ ਇੱਕ ਹਰੀਜਨ ਚਮਿਆਰ ਜਾਤੀ ਦਾ ਸੀਗਾ, ਤੇ ਉਹ ਵੀ ਗੁਰੂ ਦਾ ਸਿੱਖ ਸੀ ਵਿਚਾਰਾ, ਤੇ ਬਾਬਾ ਜੀ ਦੀ ਸੇਵਾ ਕਰਿਆ ਕਰਦਾ ਸੀ। ਕਰਿਓ ਕਾਰਨ ਤਤ ਛਿਨ ਆਵਾ, ਬਾਬਾ ਜੀ ਨੇ ਆਪਣੇ ਮੱਲ ਨੂੰ ਬੁਲਾ ਲਿਆ, ਉਸ ਸਿੱਖ ਨੂੰ ਜਿਹੜਾ ਚਮਿਆਰਾਂ ਦੇ ਵਿੱਚੋਂ ਸੀ, ਉਹਨੂੰ ਬੁਲਾ ਕੇ ਬਾਬਾ ਰਾਮ ਰਾਏ ਜੀ ਕਹਿੰਦੇ ਹਨ, ਤੇ ਸਭ ਲੋਕ ਸ਼ਾਹੋ ਬਿਕਸਾਵਾ। ਜਦੋਂ ਉਹਨੂੰ ਵੇਖਿਆ, ਉਹਨੂੰ ਵੇਖ ਕੇ ਬਾਦਸ਼ਾਹ ਹੱਸ ਪਿਆ। ਉਜਬਕ ਕਹਾ ਸੋ ਕਹਾ ਚਮਾਰ, ਕਹਿਣ ਲੱਗਾ, ਬਾਦਸ਼ਾਹ ਔਰੰਗਜ਼ੇਬ ਕਹਿੰਦਾ ਬਾਬਾ ਜੀ ਕਿੱਥੇ ਸਾਡਾ ਪਹਿਲਵਾਨ?
ਉਜਬਕ ਤੇ ਕਿੱਥੇ ਆ ਤੁਹਾਡਾ ਚਮਿਆਰ। ਇਹ ਭਲਾ ਇਸ ਮੱਲ ਦੇ ਸਾਹਮਣੇ ਖੜਾ ਤੇ ਬੱਕਰੀ ਵਰਗਾ ਲੱਗਦਾ, ਜਿਵੇਂ ਸ਼ੇਰ ਦੇ ਸਾਹਮਣੇ ਬੱਕਰੀ ਹੁੰਦੀ ਹੈ। ਪੀਸਹ ਅੰਗ ਦਾਬ ਦੇ ਮਾਰ। ਸਾਡਾ ਪਹਿਲਵਾਨ ਬਾਬਾ ਜੀ ਤੁਹਾਡੇ ਇਸ ਪਹਿਲਵਾਨ ਨੂੰ ਨਾ ਪੈਰ ਥੱਲੇ ਦੇ ਕੇ ਮਾਰ ਦਊਗਾ, ਜਾਂ ਹੱਥ ਦੇ ਨਾਲ ਹੀ ਪੀਸ ਦੇ ਮਸਲ ਦਵੇਗਾ। ਇਹ ਮਰਵਾਣਾ ਬੰਦਾ ਤੁਸੀਂ, ਇਹਨੇ ਮਾਰ ਹੀ ਦੇਣਾ ਸਾਡੇ ਬੰਦੇ ਨੇ। ਫਿਰ ਦੇਖ ਲਓ ਕਿਉਂ ਇਸ ਕੇ ਤੁਮ ਪ੍ਰਾਨ ਗਵਾਵਹ। ਬਾਬਾ ਜੀ ਕਿਉਂ ਆਪਣੇ ਬੰਦੇ ਦੀ ਜਾਨ ਗਵਾਉਣ ਤੇ ਤੁਲੇ ਹੋਏ ਹੋ? ਕਿਉਂ ਮਰਵਾਣਾ ਚਾਹੁੰਦੇ ਹੋ ਇਹਨੂੰ? ਅਦਕ ਬਲੀ ਕੇ ਸੰਗ ਪਿਰਾਵ। ਐਡੇ ਬਲੀ ਭਲਵਾਨ ਦੇ ਨਾਲ ਇਹ ਚਮਿਆਰ ਨੂੰ ਵਿਚਾਰੇ ਨੂੰ ਮਰਵਾਓਗੇ ਤੁਸੀਂ? ਮੱਲੇ ਦੇਸ਼ ਪਰਦੇਸ਼ਨ ਕੇਰੇ। ਸਾਡੇ ਕੋਲ ਬਾਹਰਲੇ ਦੇਸ਼ਾਂ ਦੇ ਪਹਿਲਵਾਨ ਵੀ ਆਉਂਦੇ ਨੇ। ਕਿਤਕ ਦਰੇਹ ਕੇਤਕ ਹੱਥ ਗਿਰੇ। ਕਿੰਨੇ ਤਾਂ ਇਹਨੇ ਉਂਝ ਸਾਡੇ ਪਹਿਲਵਾਨ ਨੇ ਹਰਾਏ ਨੇ ਤੇ ਕਈ ਮਾਰ ਹੀ ਛੱਡੇ ਨੇ। ਕਈਆਂ ਦੀ ਲੱਤਾਂ ਬਾਹਾਂ ਤੋੜਤੀਆਂ ਤੇ ਕਈ ਜਾਨ ਤੋਂ ਹੀ ਹੱਥ ਧੋ ਬੈਠੇ ਹਨ। ਇਹ ਸਭ ਦੇਸਨ ਬਿਦਤ ਵਿਸਾਲ। ਇਹ ਜਿਹੜਾ ਪਹਿਲਵਾਨ ਹੈ ਸਾਡਾ, ਇਹ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਪ੍ਰਗਟ ਹੈ। ਕੌਣ ਅਰਹਿ ਨਰ ਇਸ ਕੇ ਨਾਲ। ਇਹਦੇ ਨਾਲ ਕੌਣ ਅੜ ਸਕਦਾ ਹੈ ਬਾਬਾ ਜੀ? ਸੁਨ ਸ਼੍ਰੀ ਰਾਮ ਰਾਏ ਬਚ ਕਰੇ। ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ, ਦੋਨੋਂ ਅਬ ਹਜ਼ਰ ਸਤ ਅਹੇ। ਬਾਬਾ ਜੀ ਕਹਿੰਦੇ ਦੇਖ ਬਾਦਸ਼ਾਹ, ਇਸ ਵੇਲੇ ਦੋਵੇਂ ਸਾਹਮਣੇ ਖੜੇ ਨੇ। ਇਹ ਤਾਂ ਨਹੀਂ ਵੀ ਕਿਸੇ ਨੂੰ ਬੁਲਾਉਣ ਜਾਣਾ। ਤੇਰਾ ਪਹਿਲਵਾਨ ਵੀ ਖੜਾ ਤੇ ਸਾਡਾ ਵੀ ਇਹ ਖੜਾ ਹੈ। ਦੇਖ ਲਿਓ ਪਤੀਆਵਨ ਕਰਹੂ। ਆਪਾਂ ਕੁਸ਼ਤੀ ਕਰਾ ਕੇ ਦੇਖ ਲੈਨੇ ਆ, ਪਤਾ ਲੱਗ ਜਾਏਗਾ ਵੀ ਤੇਰਾ ਪਹਿਲਵਾਨ ਤਗੜਾ ਕਿ ਸਾਡਾ ਤਗੜਾ ਹੈ। ਪੂਰਬ ਕਹਾਂ ਭਰੋਸਾ ਧਰਹੂ। ਪਹਿਲਾਂ ਨਹੀਂ ਐਵੇਂ ਗੱਲ ਕਰੀਦੀ ਹੁੰਦੀ, ਭਰੋਸਾ ਨਹੀਂ ਕਰੀਦਾ ਬਹੁਤਾ ਕਿਸੇ ਚੀਜ਼ ਤੇ। ਜਦੋਂ ਕੋਈ ਕੰਮ ਹੋਵੇਗਾ, ਕੁਸ਼ਤੀ ਹੋਵੇਗੀ, ਪਿੱਛੋਂ ਪਤਾ ਲੱਗ ਜਾਏਗਾ, ਨਤੀਜਾ ਨਿਕਲ ਆਵੇਗਾ। ਸਭਨ ਦੇਖਤੇ ਕੁਸ਼ਤੀ ਕਰੈ। ਸਭ ਦੇ ਦੇਖਦਿਆਂ ਕੁਸ਼ਤੀ ਕਰਨਗੇ। ਤੇਰਾ ਭਲਵਾਨ ਵੀ ਕਰੇਗਾ ਤੇ ਸਾਡਾ ਚਮਿਆਰ ਵੀ ਕਰੇਗਾ। ਕੋ ਉਪਰ ਕੋ ਹੋ ਬਹਤਰਾ। ਹਾਂ, ਦੇ ਵੀ ਪਤਾ ਲੱਗ ਜਾਏਗਾ ਉੱਤੇ ਕੌਣ ਜਾਂਦਾ, ਥੱਲੇ ਕੌਣ ਹਾਰਦਾ, ਕੌਣ ਹੈ, ਕਿਹਦੀ ਪਿੱਠ ਲੱਗਦੀ ਹੈ, ਕਿਹੜਾ ਢਾਂਦਾ, ਕਿਹੜਾ ਢੈਂਦਾ। ਜੇਕਰ ਮਿਲ ਮੁਕਾਬਲੇ ਦੋਏ। ਜੇ ਦੋਵਾਂ ਦਾ ਮੁਕਾਬਲਾ ਕਰਾਈਏ। ਕਹਿਬੋ ਸੁਨਬੋ ਕਿਆ ਤਨ ਹੋਏ। ਤੇ ਪਤਾ ਲੱਗ ਜਾਏਗਾ ਕਹਿਣ ਸੁਣਨ ਦਾ ਕੀ ਫਾਇਦਾ। ਐਵੇਂ ਗੱਲਾਂ ਕਰੀ ਜਾਈਏ ਆਪਾਂ ਵੀ ਇਹ ਤਗੜਾ ਉਹ ਤਗੜਾ। ਤਗੜੇ ਦਾ ਪਤਾ ਤਾਂ ਪਹਿਲਵਾਨ ਦਾ ਨਾ ਘੁਲ ਕੇ ਹੀ ਲੱਗਦਾ, ਗੱਲਾਂ ਬਾਤਾਂ ਨਾਲ ਨਹੀਂ ਲੱਗਦਾ। ਹਰ ਚੀਜ਼ ਦੇ ਕੋਈ ਨਾ ਕੋਈ ਮਾਪਦੰਡ ਹੁੰਦੇ ਨੇ। ਤੇ ਜਦੋਂ ਆਮਣੇ ਸਾਹਮਣੇ ਦੋ ਮੱਲਾਂ ਦੀ ਕੁਸ਼ਤੀ ਹੋਵੇਗੀ, ਉਦੋਂ ਪਤਾ ਲੱਗੇਗਾ। ਉਜ਼ਬਕ ਕੋ ਨਿਜ ਹੁਕਮ ਕਰੀਜੈ। ਆਪਣੇ ਪਹਿਲਵਾਨ ਨੂੰ ਤੁਸੀਂ ਹੁਕਮ ਕਰੋ, ਬਾਦਸ਼ਾਹ ਸਲਾਮਤ, ਅਸੀਂ ਆਪਣੇ ਮੱਲ ਨੂੰ ਤਿਆਰ ਕਰਦੇ ਹਾਂ। ਕੁਸ਼ਤੀ ਰਚੈ ਹੇਰ ਅਬਲੀਜੈ। ਤੇ ਕੁਸ਼ਤੀ ਆਪਾਂ ਕਰਾ ਲੈਨੇ ਆ ਤੇ ਤੁਸੀਂ ਵੀ ਦੇਖ ਲਓ, ਅਸੀਂ ਵੀ ਦੇਖਦੇ ਆ। ਆਇਸ ਜਬ ਹੈ ਸ਼ਾਹ ਨੇ ਦੀਨ। ਹੁਣ ਬਾਦਸ਼ਾਹ ਨੂੰ ਆਗਿਆ ਤਾਂ ਦੇਣੀ ਪੈਣੀ ਸੀ, ਕਿਉਂ ਛੇੜੀ ਗੱਲ ਬਾਦਸ਼ਾਹ ਨੇ ਸੀ ਤੇ ਬਾਦਸ਼ਾਹ ਨੇ ਆਗਿਆ ਦਿੱਤੀ। ਠੀਕ ਹੈ, ਬਾਦਸ਼ਾਹ ਸੋਚਦਾ ਸੀ ਵੀ ਸਾਡਾ ਪਹਿਲਵਾਨ ਬਾਬੇ ਰਾਮ ਰਾਏ ਦੇ ਪਹਿਲਵਾਨ ਨੂੰ ਮਸਲ ਕੇ ਮਾਰ ਦੇਵੇਗਾ। ਦੋਹੇ ਦਿਸ਼ ਦੰਡ ਬਜਾਵਨ ਕੀਨ। ਖਾੜਾ ਪੁੱਟਿਆ ਗਿਆ ਤੇ ਖਾੜੇ ਦੇ ਵਿੱਚ ਦੋਵੇਂ ਪਹਿਲਵਾਨ ਉਤਰੇ। ਦੋਵਾਂ ਨੇ ਖਾੜੇ ਦੀ ਮਿੱਟੀ ਮੱਥੇ ਨੂੰ ਲਾਈ ਤੇ ਆਪਣੇ ਡੋਲਿਆਂ ਦੇ ਉੱਤੇ ਥਾਪੀ ਦਿੱਤੀ, ਪੱਟਾਂ ਦੇ ਥਾਪੀ ਮਾਰੀ ਹੈ। ਮਹਾਕਰੂਪ ਓਜ ਮਹ ਭਰੇ। ਸਾਧ ਸੰਗਤ ਜੀ ਦੋਵੇਂ ਪਹਿਲਵਾਨ ਆਮਣੇ ਸਾਹਮਣੇ ਹੋ ਗਏ। ਮਿਲੇ ਪਰਸਪਰ ਕੁਸ਼ਤੀ ਕਰੇ। ਤੇ ਇੱਕ ਦੂਜੇ ਨਾਲ ਭਿੜ ਪਏ ਹਨ। ਕੁਸ਼ਤੀ ਸ਼ੁਰੂ ਹੋ ਗਈ ਹੈ। ਆਪਸ ਮਹਿ ਕਹਿ ਬਹੁਦਾਵ। ਇੱਕ ਦੂਜੇ ਨੂੰ ਕਹਿ ਕੇ ਲਲਕਾਰ ਕੇ ਦਾ ਮਾਰਦੇ ਨੇ। ਫਿਰ ਹੈ ਦਿਖਾਵਹਿ ਰਚ ਹੈ ਉਪਾਵ। ਇਧਰੋਂ ਗੁਰੂ ਦਾ ਸਿੱਖ ਹੈ ਜੋ ਚਮਿਆਰ ਹੈ, ਤੇ ਉਧਰੋਂ ਬਾਦਸ਼ਾਹ ਦਾ ਉਜਬਕ ਪਠਾਨ ਜਿਹੜਾ ਬਾਹਰੋਂ ਦੂਰੋਂ ਆਇਆ, ਕਿਸੇ ਮੁਲਕ ਦਾ ਬਹੁਤ ਵੱਡਾ ਪਹਿਲਵਾਨ ਹੈ। ਅੰਗਨ ਪਰ ਅੰਗਨ ਕੋ ਮਾਰ ਹੈ। ਕਹਿੰਦੇ ਡੋਲਿਆਂ ਉੱਤੇ ਹੱਥ ਮਾਰਦੇ ਨੇ, ਪੱਟਾਂ ਦੇ ਥਾਪੀ ਮਾਰਦੇ ਨੇ, ਇੱਕ ਦੂਜੀ ਨੂੰ ਮਾਰਦੇ ਨੇ। ਪਰ ਕੌਰੀ ਪਾਏ ਪਸਾਰ ਹੈ। ਤੇ ਜੱਫੀ ਪਾ ਕੇ ਸੁੱਟਦੇ ਨੇ ਇੱਕ ਦੂਜੀ ਨੂੰ। ਕੁਸ਼ਤੀ ਬਹੁਤ ਕਾਲ ਦਿਖਲਾਈ। ਕਹਿੰਦੇ ਕਾਫੀ ਚਿਰ ਘੁਲਦੇ ਰਹੇ। ਕੁਸ਼ਤੀ ਕਈ ਵਾਰੀ ਤਾਂ 2-2 3-3 ਘੰਟੇ ਹੀ ਚੱਲਦੀ ਰਹਿੰਦੀ ਹੈ। ਬੜੇ ਬੜੇ ਮੱਲ ਹੁੰਦੇ ਨੇ, ਬਲੀ ਲੱਗੇ ਰਹਿੰਦੇ, ਪਸੀਨਾ ਚੋ ਜਾਂਦਾ, ਮਿੱਟੀ ਦੇ ਫਿਰ ਲਾ ਲੈਂਦੇ ਨੇ ਪਿੰਡੇ ਦੇ ਉੱਤੇ ਤਾਂ ਕਿ ਉਹ ਪਸੀਨੇ ਨਾਲ ਹੱਥ ਜਿਹੜੇ ਨੇ ਉਹ ਤਿਲਕਣ ਨਾ। ਇਸ ਤਰ੍ਹਾਂ ਕੁਸ਼ਤੀ ਕਰਦੇ ਹਨ ਦੋਵੇਂ ਮੱਲ। ਉਨ ਉਜ਼ਬਕ ਕੋ ਦੀਨ ਗਿਰਾਈ। ਤੇ ਸਾਧ ਸੰਗਤ ਜੀ ਫਿਰ ਬਾਬੇ ਰਾਮ ਰਾਏ ਦੇ ਉਸ ਪਹਿਲਵਾਨ ਨੇ ਜੋ ਚਮਿਆਰਾਂ ਵਿੱਚੋਂ ਸੀ, ਉਹਨੇ ਸਾਧ ਸੰਗਤ ਜੀ ਚੁੱਕ ਕੇ ਮਾਰਿਆ ਉਜਪਰ ਨੂੰ, ਪਠਾਨ ਨੂੰ ਪਿੱਠ ਲਾ ਦਿੱਤੀ, ਉਹਦੀ ਹਰਾ ਦਿੱਤਾ ਉਸ ਨੂੰ। ਤਰੇ ਡਰ ਪੀਸੇ ਤਿਸ ਅੰਗ। ਕਹਿੰਦੇ ਥੱਲੇ ਸੁੱਟ ਕੇ ਨਾ ਉੱਤੇ ਗੋਡਾ ਧਰ ਲਿਆ ਧੌਣ ਦੇ, ਚੰਗਾ ਪੀਸਿਆ, ਉਸ ਨੂੰ ਰਗੜਿਆ। ਫਿਰ ਵਿਆਕੁਲ ਕਰਿਆ ਬਹੁਤ ਬਲ ਭੰਗ। ਕਹਿੰਦੇ ਗੁਰੂ ਦੇ ਸਿੱਖ ਨੇ ਇੰਨਾ ਰਗੜਿਆ
ਵੀ ਉਹਦਾ ਜ਼ੋਰ ਲੱਗ ਗਿਆ, ਸਾਰਾ ਬਲ ਸਾਰਾ ਹੀ ਲੱਗ ਗਿਆ। ਸ਼ਾਹ ਮਲ ਕਹ ਤਰੇ ਗਿਰਾਵਾ। ਬਾਬੇ ਰਾਮ ਰਾਏ ਦੇ ਮੱਲ ਨੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਬਾਦਸ਼ਾਹ ਔਰੰਗਜ਼ੇਬ ਦੇ ਮੱਲ ਦੇ ਗੋਡੀਆਂ ਲਵਾਤੀਆਂ, ਧੌਣ ਥੱਲੇ ਲਾ ਲਈ, ਪਿੱਠ ਲਾਤੀ ਤੇ ਬਹੁਤ ਬੁਰਾ ਹਾਲ ਕੀਤਾ। ਰਗੜ ਰਗੜ ਕੇ ਗੋਡਿਆਂ ਦੇ ਨਾਲ ਮਸਲਿਆ ਚੰਗੀ ਤਰ੍ਹਾਂ। ਸਭਨ ਅਚੰਬਾ ਕਰ ਦਿਖਰਾਵਾ। ਤੇ ਸਾਰੀ ਕਚਹਿਰੀ, ਸਾਰੇ ਲੋਕ ਬਾਦਸ਼ਾਹ ਦੇ ਖਾੜੇ 'ਚ ਬੈਠੇ ਦੇਖ ਰਹੇ ਸਨ। ਅਚੰਬਾ, ਹੈਰਾਨੀ ਹੋ ਰਹੀ ਸੀ ਵੀ ਇਦਾਂ ਵੀ ਹੋ ਸਕਦਾ। ਬਾਦਸ਼ਾਹ ਔਰੰਗਜ਼ੇਬ ਹੈਰਾਨ ਹੋ ਗਿਆ ਵੀ ਮੇਰੇ ਪਹਿਲਵਾਨ ਨੂੰ ਤਾਂ ਦੁਨੀਆ ਦਾ ਕੋਈ ਪਹਿਲਵਾਨ ਹਰਾ ਨਹੀਂ ਸੀ ਸਕਿਆ, ਇਹ ਮਾੜੂਏ ਜੇ ਸਿੱਖ ਨੇ ਹਰਾ ਦਿੱਤਾ ਹੈ। ਕਿਤ ਚ ਮਾਰ ਕਿਤ ਉਜ਼ਬਕ ਇਹੋ। ਕਿਤੇ ਸਾਡਾ ਐਡਾ ਪਹਿਲਵਾਨ, ਐਡਾ ਬਲੀ, ਕੱਲਾ ਬੱਕਰਾ ਸਾਲਮ ਰੋਜ਼ ਖਾਂਦਾ ਤੇ ਕਿਲੋ ਕਿਲੋ ਮੱਖਣ ਉਹ ਰੋਟੀ ਤੇ ਧਰ ਕੇ ਖਾ ਜਾਂਦਾ, ਤੇ ਬਦਾਮਾਂ ਦੀ ਕਿਲੋ ਕਿਲੋ 2-2 ਕਿਲੋ ਬਦਾਮ ਖਾ ਜਾਂਦਾ। ਐਡਾ ਪਹਿਲਵਾਨ ਤਗੜਾ, ਸ਼ਕਤੀਸ਼ਾਲੀ, ਤੇ ਕਿਤੇ ਆ ਗੁਰੂ ਦਾ ਮਾੜੂਆ ਜਾਂ ਚਮਿਆਰ, ਇਹਨੇ ਸਾਡਾ ਪਹਿਲਵਾਨ ਢਾ ਲਿਆ। ਬੜੀ ਹੈਰਾਨੀ ਹੋਈ ਹੈ। ਦੁਗਣ ਤਿਗੁਣ ਬਲ ਦੀ ਰਗਦੇ ਹੋ। ਦੁੱਗਣੇ ਤਿਗਣੇ ਬਲ ਵਾਲਾ ਪਹਿਲਵਾਨ, ਆਪਣੇ ਤੋਂ ਵੱਡ ਬਲੀ, ਕੱਦ ਕਾਠ 'ਚ ਵੀ ਦੁੱਗਣਾ ਸੀ ਤੇ ਬਲ ਕਰਕੇ ਵੀ ਉਹ ਦੁੱਗਣਾ ਸੀ। ਉਜ਼ਬਕ ਜਿਹੜਾ ਸਿੱਖ ਨੇ ਢਾ ਲਿਆ ਹੈ। ਕਹੇ ਸ਼ਾਹ ਅਜ਼ਮਤ ਕਰ ਡਾਰਾ। ਕਹਿੰਦੇ ਬਾਦਸ਼ਾਹ ਫਿਰ ਕਹਿਣ ਲੱਗਾ, ਬਾਬਾ ਜੀ ਇਹ ਵੀ ਤੁਹਾਡੀ ਕੋਈ ਕਰਾਮਾਤ ਸੀ ਜਿਹੜਾ ਤੁਹਾਡੇ ਪਹਿਲਵਾਨ ਨੇ ਸਾਡਾ ਪਹਿਲਵਾਨ ਢਾ ਲਿਆ ਹੈ। ਨਿਜ ਅਸ ਸੇਵਕ ਦੇ ਬਲ ਭਾਰਾ। ਤੁਸੀਂ ਆਪਣੇ ਸੇਵਕ ਨੂੰ ਇੰਨਾ ਬਲ ਦਿੱਤਾ ਵੀ ਉਹਨੇ ਸਾਡਾ ਨਾਮੀ ਪਹਿਲਵਾਨ ਰੁਸਤਮ ਹਿੰਦ, ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਪਹਿਲਵਾਨ, ਉਹ ਢਾਇਆ ਹੈ। ਤੋ ਉਜ਼ਬਕ ਕੋ ਕਹਾ ਬਸਾਵਾ। ਹਾਂ ਬਾਬਾ ਜੀ, ਤੁਹਾਡੀ ਕਰਾਮਾਤ ਦੇ ਅੱਗੇ ਸਾਡੇ ਪਠਾਨ ਵਿਚਾਰੇ ਦਾ, ਉਜ਼ਬਕ ਦਾ ਕਿੱਥੇ ਜ਼ੋਰ ਚੱਲਦਾ ਹੈ। ਨਰ ਪ੍ਰਾਕਰਮ ਇਹ ਤਰ੍ਹਾਂ ਗਿਰਾਵਾ। ਹਾਂ, ਬੰਦਾ ਨਹੀਂ ਇਹਨੂੰ ਹਰਾ ਸਕਦਾ, ਪਰ ਤੁਸੀਂ ਆਪਣੀ ਕਰਾਮਾਤ ਨਾਲ ਹਰਾ ਲਿਆ ਹੈ। ਦੇਸ਼ ਵਿਦੇਸ਼ਨ ਕੇ ਬਲਵਾਨ। ਦੇਸ਼ਾਂ ਵਿਦੇਸ਼ਾਂ ਦੇ ਪਹਿਲਵਾਨ ਆਏ ਸੀ, ਸਾਰੇ ਹਾਰ ਕੇ ਗਏ ਨੇ ਇਹਦੇ ਕੋਲੋਂ। ਫਿਰੇ ਆਏ ਕਰ ਦੀਨੇ ਹਾਨ। ਬੜੇ ਬੜੇ ਪਹਿਲਵਾਨ ਇਹਦੇ ਨਾਲ ਭਿੜਦੇ ਸਨ, ਹਾਰ ਜਾਂਦੇ ਸਨ ਇਹਦੇ ਸਾਹਮਣੇ। ਇਸ ਕੋ ਜੀਤ ਨਾ ਗਮਨੇ ਕੋ। ਇਹਨੂੰ ਜਿੱਤ ਕੇ ਕੋਈ ਗਿਆ ਨਹੀਂ। ਦੇਖਤ ਤਰਾਸ ਉਪਾਵਤ ਸੋ। ਜਿਹੜਾ ਇਹਨੂੰ ਦੇਖਦਾ ਦੇਖ ਕੇ ਡਰ ਜਾਂਦਾ ਸੀ। ਤੁਮ ਤਰੰਗ ਕੋ ਦਾਸ ਮਹਾਨਾ। ਤੁਹਾਡੇ ਘੋੜਿਆਂ ਨੂੰ ਪੱਠੇ ਪਾਉਣ ਵਾਲਾ ਇਹ ਚਮਿਆਰ, ਇਹ ਕਿੱਡਾ ਬਲੀ ਜਿਹਨੇ ਢਾ ਲਿਆ, ਐਡਾ ਪਹਿਲਵਾਨ। ਅਜ਼ਮਤ ਤੇ ਹੋਇਓ ਬਲਵਾਨਾ। ਇਹਨੂੰ ਤੁਸੀਂ ਆਪਣੀ ਸ਼ਕਤੀ ਦਿੱਤੀ ਹੈ, ਆਪਣਾ ਬਲ ਦਿੱਤਾ ਹੈ, ਕਰਾਮਾਤ ਨਾਲ ਤੁਸੀਂ ਇਹਨੂੰ ਜਿਤਾਇਆ ਹੈ ਤੇ ਸਾਡੇ ਬੰਦੇ ਨੂੰ ਹਰਾਇਆ ਹੈ। ਹੇਰ ਹੇਰ ਅਚਰਜ ਉਰ ਪਾਵਾ। ਵੇਖ ਵੇਖ ਕੇ ਹੈਰਾਨੀ ਹੁੰਦੀ ਹੈ ਮੈਨੂੰ ਤਾਂ। ਕੌਣ ਕਰ ਹੈ ਇਸ ਕੇ ਸੰਗ ਦਾਵਾ। ਇਹਦੇ ਨਾਲ, ਸਾਡੇ ਪਹਿਲਵਾਨ ਨਾਲ ਜਿੱਤਣ ਦਾ ਕੋਈ ਦਾਵਾ ਕਰ ਹੀ ਨਹੀਂ ਸੀ ਸਕਦਾ। ਕੌਣ ਕਰ ਸਕਦਾ ਸੀ। ਅਜ਼ਮਤ ਮਹਪੂਰਨ ਗੁਰ ਘਰ ਹੈ। ਬਾਬਾ ਜੀ ਤੁਹਾਡੇ ਘਰ 'ਚ ਕਰਾਮਾਤ ਸ਼ਕਤੀ ਬਹੁਤ ਹੈ। ਕੋ ਨਹ ਦਿਖਿयत ਇਨ ਸਮਸਰ ਹੈ। ਤੁਹਾਡੇ ਵਰਗੇ, ਤੁਹਾਡੇ ਬਰਾਬਰ ਕੋਈ ਦਿਸਦਾ ਨਹੀਂ। ਤਬ ਸ਼੍ਰੀ ਰਾਮ ਰਾਏ ਚਲ ਆਏ। ਤਾਂ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ 'ਚ ਉੱਠ ਕੇ ਮਜਨੂ ਦੇ ਟਿੱਲੇ ਆ ਗਏ। ਸ਼ਾਹ ਮਲ ਸਗਰੇ ਪਛਤਾਏ। ਬਾਦਸ਼ਾਹ ਦੇ ਮੱਲ ਸਾਰੇ ਹੈਰਾਨ ਸਨ। ਔਜ ਦਰਬ ਤੇ ਰੰਕ ਚਮਾਰ। ਕਹਿੰਦੇ ਦੇਖੋ ਐਡੇ ਬਲ ਦੇ ਨਾਲ ਪਹਿਲਵਾਨ ਜਿਹੜਾ ਸਾਰਿਆਂ ਨੂੰ ਦਬਾ ਲੈਂਦਾ ਸੀ, ਉਹਨੂੰ ਬਾਬੇ ਦੇ ਗਰੀਬ ਜੇ ਚਮਿਆਰ ਸਿੱਖ ਨੇ ਹਰਾ ਲਿਆ ਹੈ। ਤਿਸ ਕੁਸ਼ਤੀ ਹਰ ਹਮ ਗੇ ਹਾਰ। ਕਹਿੰਦੇ ਉਹ ਜਿੱਤ ਗਿਆ ਤੇ ਅਸੀਂ ਹਾਰ ਗਏ ਆ। ਅਪਰ ਲੋਕ ਸਭ ਕਰਹਿਤ ਕਹਾਰੀ। ਸਾਰੇ ਲਾਹਨਤਾਂ ਪਾਉਂਦੇ ਬਾਦਸ਼ਾਹ ਦੇ ਮੱਲ ਨੂੰ। ਕਹਿੰਦੇ ਤੈਨੂੰ ਹੋ ਕੀ ਗਿਆ ਸੀ, ਛੋਟਾ ਜਿਹਾ ਬੰਦਾ ਤੈਨੂੰ ਢਾ ਗਿਆ ਹੈ। ਕਿਆ ਤੁਮ ਹੋਇਓ ਇਸ ਬਾਰੀ। ਤੇਰੀ ਪਹਿਲਵਾਨੀ ਨੂੰ ਕੀ ਹੋ ਗਿਆ, ਇੰਨੀ ਖੁਰਾਕਾਂ ਖਾਂਦਾ ਹੈ, ਕਾਹਦੇ ਵਾਸਤੇ ਖਾਂਦਾ ਤੂੰ, ਮਾੜੇ ਜਿਹੇ ਬੰਦੇ ਤੂੰ ਹਾਰ ਗਿਆ। ਕਰਹਿਸ ਜਸ ਸਗਰੇ ਪੁਰਮਾਹੀ। ਸਾਰੇ ਸ਼ਹਿਰ 'ਚ ਬਾਬੇ ਰਾਮ ਰਾਏ ਦਾ ਡੰਕਾ ਵੱਜਦਾ ਹੈ। ਅਨਿਕ ਉਪਾਇਨ ਕਹੋ ਅਰਪਾਹੀ। ਤੇ ਬੜੀਆਂ ਭੇਟਾਂ ਲੋਕ ਅਰਪਣ ਕਰਦੇ ਹਨ। ਸ਼ਾਹ ਪਠੈ ਫਲ ਫੂਲ ਵਿਸਾਲਾ। ਬਾਦਸ਼ਾਹ ਵੀ ਬੜੇ ਫਲ ਫੁੱਲ ਭੇਜਦਾ ਹੈ, ਮੇਵਨ ਕੀ ਡਾਲੀ ਸਭ ਕਾਲਾ। ਪਰ ਮੇਵਿਆਂ ਦੀ ਡਾਲੀ ਭੇਜਦਾ ਹੈ। ਦੋਹਰਾ ਸਾਦਰ ਬੋਲ ਪਠਾਵਹੀ। ਬੜੇ ਸਤਿਕਾਰ ਨਾਲ ਭੇਜਦਾ ਹੈ ਤੇ ਬੁਲਾਉਂਦਾ ਬਾਬਾ ਜੀ ਨੂੰ। ਸਾਦਰ ਬਾਕ ਵਿਸਾਲ। ਤੇ ਜਦੋਂ ਬਾਬਾ ਜੀ ਆਉਂਦੇ ਜੀ ਆਇਆਂ ਨੂੰ ਕਹਿੰਦਾ, ਸਤਿਕਾਰ ਨਾਲ ਬਿਠਾਉਂਦਾ ਬਾਦਸ਼ਾਹ। ਕਵ ਸੰਤੋਖ ਸਿੰਘ ਦੇਤ ਧਨ। ਬਾਦਸ਼ਾਹ ਭਾਈ ਸਾਹਿਬ ਜੀ ਲਿਖਦੇ ਹਨ, ਬਹੁਤ ਧਨ ਦਿੰਦਾ ਹੈ ਕਰਹਿ ਕਾਜ ਸ਼ੁਭ ਰਾਸ। ਔਰ ਬਹੁਤ ਮਾਇਆ ਬਾਬਾ ਜੀ ਨੂੰ ਅਰਦਾਸ ਕਰਾਉਂਦਾ ਹੈ ਤੇ ਆਪਣੇ ਕਾਰਜ ਰਾਸ ਕਰਾਉਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਬਾਬਾ ਰਾਮ ਰਾਏ ਜੀ ਨੇ ਦਿੱਲੀ ਦੇ ਵਿੱਚ ਬੇਅੰਤ ਕਰਾਮਾਤਾਂ ਦਿਖਾਈਆਂ। ਅੱਗੇ ਵੀ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ